ਜੀ ਪਿਆਰੇ ਦਰਸ਼ਕੋ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੋਮੀ ਘੜਾਮੇ ਵਾਲਾ ਤੇ ਆਰਟੀਵੀ ਵਨ ਵੱਲੋਂ ਸਾਡੇ ਖਾਸ ਪ੍ਰੋਗਰਾਮ ਸੰਘਰਸ਼ ਬੋਲਦਾ ਦਾ ਸਟਰਗਲ ਸੇਜ਼। ਜਿਵੇਂ ਆਪਾਂ ਕੱਲ ਤੋਂ ਸ਼ੁਰੂਆਤ ਕੀਤੀ ਹੈ, ਦੂਜਾ ਐਪੀਸੋਡ ਹੈ ਤੇ ਸੰਘਰਸ਼ ਬੋਲਦਾ ਪ੍ਰੋਗਰਾਮ ਜਿਹੜੇ ਨਵੇਂ ਜੁੜੇ ਨੇ ਉਹਨਾਂ ਵਾਸਤੇ ਦੱਸ ਦੇਵਾਂ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰਵਾਸੀ ਵੀਰਾਂ ਨੂੰ ਜਿਹੜੇ ਕਿ ਐਨਆਰਆਈਜ਼ ਨੇ ਅਬਰੋਡ ਦੇ ਵਿੱਚ ਮਿਹਨਤਾਂ ਕਰਕੇ ਆਪਣੇ ਕਿਸੇ ਮੁਕਾਮ ਤੇ ਪਹੁੰਚੇ ਨੇ, ਉਹਨਾਂ ਨੂੰ ਤੁਹਾਡੇ ਰੂਬਰੂ ਕਰਾਈਏ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਸਾਡੇ ਨਾਲ ਨੇ ਸਰਦਾਰ ਮਲਕੀਤ ਝਿੰਗੜ ਸਾਹਿਬ, ਤੇ ਬਾਕੀ ਉਹ ਆਪ ਦੱਸਣਗੇ ਪਿੱਛੇ ਝਿੰਗੜ ਕਿਉਂ ਹੈ। ਵੈਸੇ ਮੋਟਾ ਮੋਟਾ ਮੈਂ ਦੱਸ ਦਿੰਦਾ, ਉਹ ਅੱਜ ਕੱਲ ਲੈਸਟਰ ਸ਼ਹਿਰ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਤੇ ਕੋਹਿਨੂਰ ਰੇਡੀਓ ਇੰਗਲੈਂਡ ਇੱਕ ਮੰਨੀ ਪ੍ਰਮੰਨਾ ਦਾ ਰੇਡੀਓ ਉੱਥੇ ਉਹ ਪ੍ਰੈਜ਼ੈਂਟਰ ਨੇ, ਤੇ ਨਾਲ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਲੈਸਟਰ ਇੰਗਲੈਂਡ ਦੇ ਵਿੱਚ ਹੀ ਉਹਦੇ ਜਨਰਲ ਸਕੱਤਰ ਨੇ, ਤੇ ਹੁਣ ਐਨਆਰਆਈ ਇਨਕਲਾਬੀ ਮੰਚ ਦੇ ਸੀਨੀਅਰ ਮੀਤ ਪ੍ਰਧਾਨ। ਸੋ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਸਰਦਾਰ ਮਲਕੀਤ ਸਿੰਘ ਜੀ ਆਰਟੀਵੀ ਵਨ ਦੇ ਮੰਚ ਤੇ ਪੰਜਾਬ ਭਾਰਤੀ ਪੰਜਾਬ ਦੇ ਸਾਰੇ ਦਰਸ਼ਕਾਂ ਵੱਲੋਂ ਜੀ। ਬਹੁਤ ਬਹੁਤ ਧੰਨਵਾਦ ਜੀ ਰੋਮੀ ਜੀ, ਜਿਹੜਾ ਤੁਸੀਂ ਇੱਕ ਨਿਮਾਣੇ ਜਿਹੇ ਬੰਦੇ ਨੂੰ ਤੁਸੀਂ ਇਸ ਯੋਗ ਸਮਝਿਆ ਕਿ ਤੁਸੀਂ ਅੱਜ ਆਰਟੀਵੀ ਵਨ ਦੇ ਉੱਤੇ ਜੀ ਮੈਨੂੰ ਰੂਬਰੂ ਕੀਤਾ, ਆਪਣੇ ਸਾਰੇ ਹੀ ਭਾਰਤੀ ਭਰਾਵਾਂ ਦੇ ਭੈਣਾਂ ਦੇ ਰੂਬਰੂ ਕੀਤਾ। ਜੀ ਜੀ ਤੇ ਤੁਹਾਡਾ ਤੇ ਆਰਟੀਵੀ ਵਨ ਵਾਲਿਆਂ ਦਾ ਮੈਂ ਬਹੁਤ 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 ਤਹਿ ਦਿਲ ਤੋਂ ਧੰਨਵਾਦ ਕਰਦਾ ਜੀ। ਮਲਕੀਤ ਝਿੰਗੜ ਬੋਲਦਾ ਜੀ, ਮੈਂ ਤੁਹਾਡੇ ਨਾਮ ਦੇ ਨਾਲ ਸਮਝ ਕੇ ਵੀ ਝਿੰਗੜਾ ਪਿੰਡ ਹੈ ਉਹ ਮੈਂ ਵਿੱਚ ਕਰ ਲਵਾਂਗਾ। ਅੱਜ ਕੱਲ ਦਾ ਥੋੜਾ ਹੈ ਨਾ, ਅਸੀਂ ਕੱਲ ਵੀ ਕੀਤਾ ਸੀ, ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਇੰਗਲੈਂਡ 'ਚ ਕਿਵੇਂ ਦਾ ਹੈ ਤੁਹਾਡਾ ਆਪਣਾ ਸਟੇਟਸ ਅੱਜ, ਜਿਹੜੀ 14 ਮਈ ਹੈ ਅੱਜ ਵੀਰਵਾਰ ਨੂੰ, ਜਿਸ ਮੁਕਾਮ ਤੇ ਥੋੜਾ ਦੱਸ ਦਿਓ, ਫਿਰ ਆਪਾਂ ਪਿੱਛੇ ਥੋੜੀ ਸੰਘਰਸ਼ ਗਾਥਾ ਚਲਾਵਾਂਗੇ। ਇੱਥੇ ਪਹੁੰਚਣ ਦਾ ਕੀ ਹੋਇਆ ਬਾਅਦ ਚ ਕਰਾਂਗੇ। ਅੱਜ ਦਾ ਥੋੜਾ ਦੱਸ ਦਿਓ ਆਪਣਾ, ਕੀ ਕਰ ਰਹੇ ਹੋ ਉੱਥੇ, ਕਿਵੇਂ ਹੈ, ਕੌਣ ਕੌਣ ਹੈ ਪਰਿਵਾਰ 'ਚ, ਬਿਜ਼ਨਸ ਕੀ ਹੈ? ਹਾਂਜੀ, ਇੱਥੇ ਇੰਗਲੈਂਡ ਦੇ ਵਿੱਚ ਮੈਂ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹਾਂ। ਮੇਰੇ 2 ਲੜਕੇ ਆ, ਮੇਰੀ ਪਤਨੀ ਆ, ਤੇ 4 ਮੈਂਬਰਾਂ ਦਾ ਸਾਡਾ ਪਰਿਵਾਰ ਆ। ਰਹਿ ਰਹੇ ਆ, ਠੀਕ ਠਾਕ ਆ। ਬੱਚੇ ਪੜ੍ਹਦੇ ਆ ਹਜੇ। ਕਿੰਨੇ ਸਾਲ ਤੋਂ? ਯੂਨੀਵਰਸਿਟੀਆਂ ਦੇ ਵਿੱਚ। ਹਾਂਜੀ ਹਾਂਜੀ, ਇੱਥੇ ਇੰਗਲੈਂਡ ਵਿੱਚ ਆਇਆ ਨੂੰ ਸਾਨੂੰ ਕੋਈ ਤਕਰੀਬਨ 32 ਕੁ ਸਾਲ ਹੋ ਗਿਆ ਮੈਨੂੰ ਆਏ ਨੂੰ। ਜੀ ਜੀ। ਤੇ ਕੀ ਅੱਜ ਕੱਲ ਕੀ ਸਟੇਟਸ ਹੈ ਆਪਣਾ? ਸਾਰਾ ਕੁਝ ਉੱਥੇ, ਆਪਣਾ ਮਕਾਨ, ਆਪਣੀ ਸਭ ਕੁਝ, ਆਪਣੇ ਕਨਵੀਨਸ, ਬਹੁਤ ਵਧੀਆ ਸੈਟਅਪ ਹੈ ਕੋਈ? ਹਾਂਜੀ, ਇੱਥੇ ਫਿਰ ਕਾਫੀ ਸੰਘਰਸ਼ ਕਰਕੇ ਇੱਥੇ ਆਪਣਾ ਮਕਾਨ ਵੀ ਲੈ ਲਿਆ ਤੇ ਆਪਣੇ ਮਕਾਨ ਦੇ ਵਿੱਚ ਹੀ ਰਹਿੰਦੇ ਆ। ਬੱਚੇ ਜੰਪਲ ਉੱਥੋਂ ਦੇ ਹੀ ਨੇ? ਕੰਮ ਚੱਲਦਾ ਆ, ਕੰਮ ਕਰਦੇ ਆ ਆਪਣਾ। ਹਾਂਜੀ ਜੀ ਜੀ। ਤੇ ਪਹਿਲਾਂ ਤਾਂ ਸਲੂਟ ਹੈ ਤੁਹਾਡੀ ਜਿਹੜੀ ਸਾਦਗੀ ਹੈ ਇਹਨੂੰ ਸਾਡੇ ਵੱਲੋਂ। ਇੱਥੇ ਤਾਂ 3 ਸਾਲ 2 ਮਹੀਨੇ ਹੋਏ ਹੁਣ, ਉਹ ਨਹੀਂ ਮਾਣ ਹੁੰਦਾ ਐਨਆਰਆਈ ਸਾਡੇ ਤਾਂ ਟਾਈਆਂ ਲਾ ਕੇ ਚੇਨਾ ਪਾ ਕੇ ਬਹਿ ਜਾਂਦੇ। ਤੁਸੀਂ 32 ਸਾਲ ਤੋਂ ਇੰਗਲੈਂਡ, ਤੁਹਾਨੂੰ ਲੱਗ ਰਿਹਾ ਜਿਵੇਂ ਕਿ ਮਤਲਬ ਕਿ ਕੋਈ ਭਰਾ ਭਾਈਬੰਦ ਮਿਲ ਜਾਂਦਾ ਹੁੰਦਾ, ਕੋਈ ਆਪਣਾ ਗਰਾਈ ਬੰਦਾ ਨਾ, ਵੀ ਅਸੀਂ ਇੱਥੋਂ ਕਿਸੇ ਪਿੰਡ ਤੋਂ ਰੋਪੜ ਆ ਗਏ ਤੇ ਕੋਈ ਬੰਦਾ ਸਾਡੇ ਪਿੰਡ ਦਾ ਰੋਪੜ ਸ਼ਹਿਰ 'ਚ ਰਹਿਣ ਵਾਲਾ ਹੋਵੇ। ਪਹਿਲਾਂ ਸਾਦਗੀ ਨੂੰ ਸਲੂਟ ਹੈ ਤੁਹਾਡੀ। ਇਹਦਾ ਕਾਰਨ ਵੀ ਦੱਸ ਦਿਓ ਵਿੱਚ ਝਾੜੂਆ ਸੰਘਰਸ਼ ਦੇ। ਹਾਂਜੀ, ਥੋੜੀ ਆਵਾਜ਼ ਉੱਚੀ ਬੋਲੋ ਜੀ, ਮੈਨੂੰ ਸੁਣਦੀ ਨਹੀਂ ਕਈ ਦਫਾ। ਮੈਂ ਕਿਹਾ ਤੁਹਾਡੀ ਸਾਦਗੀ ਜਿਹੜੀ ਦਿਖ ਰਹੀ ਹੈ ਸਕਰੀਨ ਤੇ, ਇਹਨੂੰ ਸਲੂਟ ਹੈ। ਪਹਿਲਾਂ ਤਾਂ ਸਾਨੂੰ ਨਹੀਂ ਲੱਗ ਰਿਹਾ ਵੀ ਕਿਸੇ ਐਨਆਰਆਈ ਭਰਾ ਨਾਲ ਗੱਲ ਕਰ ਰਹੇ ਹਾਂ। ਠੀਕ ਹੈ ਜੀ। ਇਹਦੇ ਬਾਰੇ ਵੀ ਪਾ ਦਿਓ ਚਾਨਣਾ, ਇਹ ਕਿਵੇਂ ਪ੍ਰਾਪਤ ਕੀਤਾ ਇੰਨਾ ਸਿੰਪਲਿਸਿਟੀ ਆਫ ਦਾ ਲਾਈਫ, ਜਿਹੜਾ ਇਹ ਗੁਰ ਕਿੱਥੋਂ ਲਿਆ? ਇਹ ਜਿਹੜਾ ਗੁਣ ਆ ਇਹ ਪਰਿਵਾਰ ਦੇ ਵਿੱਚੋਂ ਵੀ ਮਿਲਿਆ ਤੇ ਸਿਆਣਿਆਂ ਦੇ ਕੋਲ ਬੈਠ ਕੇ ਵੀ ਮਿਲਿਆ। ਜਿਹੜੇ ਮਤਲਬ ਸਿਆਣਾ ਹੁੰਦਾ ਉਮਰ ਪੱਖੋਂ ਨਹੀਂ, ਜਿਹੜਾ ਸਮਝਦਾਰ ਇਨਸਾਨ ਹੈ, ਉਹਨਾਂ ਦੀ ਸੰਗਤ ਕਰਦੇ ਰਹੇ ਆ ਸ਼ੁਰੂ ਤੋਂ। ਇਹੀ ਹੁੰਦਾ ਸੀ ਉਹਨਾਂ ਦਾ ਵੀ ਕਹਿਣਾ ਸੀ, ਆਪਣੇ ਦਿਮਾਗ ਨੇ ਵੀ ਇਸ ਗੱਲ ਨੂੰ ਮੰਨਿਆ ਵੀ ਕੱਪੜਾ ਜਾਂ ਉਹ ਸਾਰਾ ਕੁਛ ਨਹੀਂ ਹੁੰਦਾ, ਜੇ ਇਨਸਾਨ ਦੇ ਵਿੱਚ ਚੰਗੀ ਅਸੂਲ ਨਾ ਹੋਣ, ਚੰਗੇ ਗੁਣ ਨਾ ਹੋਣ। ਚੰਗੇ ਗੁਣ ਪੈਦਾ ਕਰਨੇ ਚਾਹੀਦੇ ਆ, ਚੰਗੇ ਅਸੂਲਾਂ ਤੇ ਪਹਿਰਾ ਦੇਣਾ ਚਾਹੀਦਾ। ਇਹੀ ਸਾਰਾ ਕੁਝ ਹੁੰਦਾ। ਕੱਪੜੇ ਦੀ ਗੱਲ ਬਾਅਦ ਵਿੱਚ ਆਉਂਦੀ ਆ, ਕੱਪੜਾ ਤੇ ਜਿੱਦਾਂ ਦਾ ਮਰਜ਼ੀ ਪਾ ਲਓ, ਸਫਾਈ ਚਾਹੀਦੀ ਕੱਪੜੇ ਦੀ ਬਸ। ਅੱਛਾ ਵੀਰ ਜੀ, ਇੱਕ ਤੁਹਾਡੇ ਸ਼ੋਅ ਜਦੋਂ ਸੁਣੀਦੇ ਆ ਕੋਹਿਨੂਰ ਰੇਡੀਓ ਇੰਗਲੈਂਡ ਤੇ ਤੁਸੀਂ ਜਦੋਂ ਵੈਸੇ ਵੀ ਕਦੇ ਲਾਈਵ ਹੋਏ ਹੁੰਦੇ ਹੋ, ਤੁਹਾਡੀਆਂ ਗੱਲਾਂ ਤੋਂ ਬੜੀ ਜਿਹੜੀ ਹੈ ਨਾ ਡੁੱਲ ਪੈਂਦਾ ਤੁਹਾਡਾ ਇਹ ਆਪਣੀ ਜਿਹੜੀ ਜੰਮਣ ਭੋਏ ਵਾਸਤੇ ਜਿਹੜਾ ਪਿਆਰ ਹੈ, ਪੰਜਾਬੀ ਮਾਂ ਬੋਲੀ ਵਾਸਤੇ ਵੀ, ਤੇ ਇੱਧਰ ਜਿਹੜਾ ਹਾਲਾਤ ਨੇ ਇਹਨਾਂ ਨੂੰ ਲੈ ਕੇ ਵੀ। ਚਿੰਤਕ ਵਰਗ ਦੇ ਵਿੱਚ ਤੁਹਾਡਾ ਨਾਮ ਇੱਕ ਆਉਂਦਾ ਜਦੋਂ ਅਸੀਂ ਕੋਈ ਇਨਕਲਾਬੀ ਸਮਾਂ ਦੇ ਵਿੱਚ ਕਿਤੇ ਗੱਲ ਕਰਦੇ ਹਾਂ, ਪੁਰਾਣੇ ਕਮਿਊਨਿਸਟ ਜਿਹੜੇ ਹੈ ਨੇ ਮੰਨੇ ਪ੍ਰਮੰਨੇ। ਤੇ ਫਿਰ ਬਾਹਰ ਦਾ ਕਿਵੇਂ ਬਣ ਗਿਆ ਤੁਹਾਡਾ, ਇੱਥੋਂ ਇੰਡੀਆ ਤੋਂ ਬਾਹਰ ਜਾਣ ਦਾ ਕਿਵੇਂ ਬਣਿਆ 32 ਸਾਲ ਪਹਿਲਾਂ ਜਾਣ ਦਾ, ਤੇ ਕਿਵੇਂ ਪਹੁੰਚੇ ਬਾਹਰ ਦਾ? ਬਸ ਥੋੜਾ
ਇਸ ਤਰ੍ਹਾਂ ਦਾ ਕੋਈ ਸਬੰਧ ਬਣ ਗਿਆ ਵੀ ਇੱਧਰ ਰਿਸ਼ਤੇ ਦਾ ਹੋ ਗਿਆ ਸੀ ਅੱਛਾ ਤੇ marriage ਦਾ। ਵਿਆਹ ਦੇ ਸਬੰਧ ਦੇ ਵਿੱਚ ਫਿਰ ਮੈਂ ਇੱਧਰ ਬਾਹਰ ਆ ਗਿਆ ਸੀ, ਵਿਆਹ ਹੋ ਗਿਆ ਸੀ ਮੇਰਾ। ਜੀ ਜੀ ਜੀ। ਹਾਂਜੀ ਤੇ ਵੈਸੇ ਆਹ ਜਿਹੜੀ ਤੁਹਾਡੀ ਸੋਚ ਹੈ ਇਨਕਲਾਬੀ, ਇਹ ਕਦੋਂ ਤੋਂ ਉਹ ਵਿਦਿਆਰਥੀ ਜੀਵਨ 'ਚ ਹੋ ਗਈ ਸੀ ਜਾਂ ਕਿਵੇਂ? ਹਾਂਜੀ, ਇਹ ਤੁਸੀਂ ਹੁਣ ਆਏ ਆ ਜਿਹੜੇ ਸਹੀ ਮੁੱਦੇ ਤੇ ਅਸਲ ਗੱਲ ਤੇ ਆ ਗਈ ਹੈ। ਪੂਰਾ ਫਿਰ ਕਰੰਟ ਆ ਜਾਂਦਾ। ਸੋਚ ਜਿਹੜੀ ਇਨਕਲਾਬੀ ਹੈ ਨਾ, ਹਾਂਜੀ ਹਾਂਜੀ। ਮੈਂ ਬਹੁਤ ਛੋਟੇ ਛੋਟੇ ਲਫ਼ਜ਼ਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਸਮਾਂ ਬਹੁਤ ਥੋੜਾ। ਥੋੜਾ। ਹਾਂਜੀ। ਸੋਚ ਇਨਕਲਾਬੀ ਬਚਪਨ ਦੇ ਵਿੱਚ ਜਿਹੜਾ ਮੇਰਾ ਸਰਕਲ ਸੀ, ਮੈਂ ਉਹਦੇ ਵਿੱਚ ਜਿਹੜੇ ਦੂਜੇ ਬੱਚਿਆਂ ਨੂੰ ਦੇਖਦਾ ਸੀ ਤੇ ਉਹਨਾਂ ਦੇ ਮੁਤਾਬਕ ਮੈਂ ਆਪਣੇ ਆਪ ਨੂੰ ਕੰਪੇਅਰ ਕਰਦਾ ਸੀ ਤੇ ਉਹਨਾਂ ਦੇ ਮੁਤਾਬਕ ਤੁਲਨਾ ਕਰਦਾ ਸੀ ਤੇ ਉਹਨਾਂ ਨੂੰ ਵੱਧ ਸਹੂਲਤਾਂ ਸੀ, ਮੈਨੂੰ ਘੱਟ ਸੀ। ਇਹ ਇੱਕ ਬਖਰੇਵਾ ਤੇ ਉਹਦੇ ਵਿੱਚ ਸਵਾਲ ਉੱਠਦਾ ਸੀ ਬਾਰ-ਬਾਰ ਦਿਮਾਗ ਵਿੱਚ ਵੀ ਇਹਦਾ ਕੀ ਬਣੂ। ਤੇ ਸ਼ੁਰੂ ਵਿੱਚ ਹੀ ਮੈਨੂੰ ਪੜ੍ਹਨੇ ਦਾ ਬਹੁਤ ਸ਼ੌਕ ਸੀ ਤੇ ਕੰਮ ਜਿਹੜਾ ਕਰਨਾ, ਅੱਜ ਤੱਕ ਵੀ ਇਹੀ ਬੱਚਿਆਂ ਨੂੰ ਵੀ ਇਹੀ ਸਿਖਾਇਆ, ਕੰਮ ਜਿਹੜਾ ਕਰਨਾ ਇਮਾਨਦਾਰੀ ਨਾਲ ਕਰਨਾ ਔਰ ਪੂਰੀ ਲਗਨ ਦੇ ਨਾਲ ਕਰਨਾ, ਇਹ ਸੋਚ ਕੇ ਕਰਨਾ ਵੀ ਇਸ ਕੰਮ ਨੂੰ ਸਿਰੇ ਲਾਉਣਾ। ਇਸੇ ਤਰ੍ਹਾਂ ਜਿਹੜਾ ਜਦੋਂ ਇਨਕਲਾਬੀ ਕੰਮ ਦੇ ਵਿੱਚ ਪਏ ਆ, ਸੰਘਰਸ਼ਾਂ ਦੇ ਵਿੱਚ ਪਏ ਆ, ਉਹ ਵੀ ਉਸੇ ਤਰ੍ਹਾਂ ਤਨਦੇਹੀ ਦੇ ਨਾਲ ਨਿਭਾਇਆ। ਨੀਂਦਾਂ ਨਹੀਂ ਦੇਖੀਆਂ, ਨੀਂਦਾਂ ਵੀ ਉੱਡ ਗਈਆਂ, ਭੁੱਖਾਂ ਵੀ ਉੱਡ ਗਈਆਂ, ਕੋਈ ਪਰਵਾਹ ਨਹੀਂ ਕਰਦੇ ਰਹੇ। ਤੇ ਬਚਪਨ ਦੇ ਵਿੱਚ ਜਿਹੜਾ ਸ਼ੁਰੂਆਤ ਉਹ ਇੱਕ ਆ ਕਾਰਨ ਸੀ ਤੇ ਦੂਜਾ ਸੀ ਬਚਪਨ ਦੇ ਵਿੱਚ ਜਿਹੜੀ 1972 ਦੇ ਵਿੱਚ ਮੋਗੇ ਗੋਲੀकांड ਹੋਇਆ ਜੀ, ਬਹੁਤ ਜ਼ਬਰਦਸਤ। ਤੇ ਉਹਦਾ ਜਿਹੜਾ ਪ੍ਰਭਾਵ, ਉਸ ਵੇਲੇ ਮੈਂ ਸਕੂਲ ਦੇ ਵਿੱਚ ਪੜ੍ਹ ਰਿਹਾ ਸੀ ਤੇ ਸਾਡੇ ਤੇ ਵੀ ਪਿਆ, ਅਸੀਂ ਵੀ ਕੁਝ ਕਰਨਾ ਚਾਹੁੰਦੇ ਸੀ। ਚਲੋ ਥੋੜੀ ਜਿਹੀ ਤਫਸੀਲ ਦੇ ਦਿਓ ਬਸ, ਮਾਮੂਲੀ ਸਾਨੂੰ ਜਿਹੀ, ਰੋਕ ਦਿੱਤਾ ਤੇ ਨੁਕਸਾਨ ਕੀ ਹੋਇਆ ਸੀ? ਹਾਂਜੀ, ਟੀਚਰਾਂ ਨੇ ਰੋਕ ਦਿੱਤਾ ਤੇ ਅਸੀਂ ਫਿਰ ਅੱਗੇ ਕੋਈ ਸਟੈਪ ਨਹੀਂ ਚੱਕਿਆ ਕਿਉਂਕਿ ਟੀਚਰਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੇ ਉਸ ਤੋਂ ਬਾਅਦ ਰੋਮੀ ਜੀ, ਅਸੀਂ ਮੈਟ੍ਰਿਕ ਕਰਨ ਤੋਂ ਬਾਅਦ ਸਾਡੇ ਪਿੰਡ ਦੇ ਲਾਗ ਹੀ ਕੋਈ ਡਰਾਮਾ ਸੀ, ਕਹਿੰਦੇ ਵੀ ਕਾਮਰੇਡਾਂ ਦਾ ਡਰਾਮਾ। ਮੇਰਾ ਕੋਈ ਮਿੱਤਰ ਕਹਿਣ ਲੱਗਾ ਪਿੰਡ ਦਾ ਵੀ ਆਪਾਂ ਚੱਲੀਏ, ਤੇ ਉਹਦਾ ਨਾਂ ਆ ਜੀ ਧਰਮਪਾਲ। ਮੈਂ ਕਿਹਾ ਚਲੋ ਆਪਾਂ ਚੱਲ ਗਏ। ਰਾਤ ਨੂੰ ਡਰਾਮਾ ਦੇਖਿਆ, ਸਪੀਚਾਂ ਸੁਣੀਆਂ। ਉਸ ਤੋਂ ਬਾਅਦ ਜਦੋਂ ਵਾਪਸ ਆਉਣੇ, ਮੈਂ ਕਿਹਾ ਬਈ ਆਪਾਂ ਤਾਂ ਇਸੇ ਰਾਹੇ ਤੁਰਨਾ। ਮੈਨੂੰ ਤਾਂ ਇਹ ਰਾਹ ਬਹੁਤ ਵਧੀਆ ਲੱਗਾ ਬਈ ਦੁਨੀਆ ਦੇ ਵਿੱਚ ਜਿਹੜਾ ਬਖਰੇਵਾ ਉਹ ਬੰਦ ਹੋਣਾ ਚਾਹੀਦਾ, ਸਾਰਿਆਂ ਲਈ ਆਜ਼ਾਦੀ ਹੋਣੀ ਚਾਹੀਦੀ, ਸਾਰਿਆਂ ਨੂੰ ਹਰੇਕ ਨੂੰ ਚੀਜ਼ ਉਹ ਮਿਲਣੀ ਚਾਹੀਦੀ ਹੈ, ਵਧੀਆ ਗੱਲਾਂ ਕਰਦੇ ਆ। ਉੱਥੋਂ ਮੇਰੀ ਜਿਹੜੀ ਲਗਨ, ਜਿਹੜੀ ਚੇਟਕ ਉਹ ਲੱਗ ਗਈ। ਸਨ 73 ਦੇ ਵਿੱਚ ਮੈਟ੍ਰਿਕ ਕਰਨ ਤੋਂ ਬਾਅਦ ਮੈਂ ਕਾਲਜ ਗਿਆ ਤੇ ਉੱਥੇ ਟੀਚਰ ਨੇ ਜਿੱਦਾਂ ਅਣਖ ਮੁੱਢ ਤੋਂ ਹੀ ਜਿੱਦਾਂ ਜੱਦੀ ਪੁਸ਼ਤੀ ਸੀ, ਦਿਲ ਦਿਮਾਗ ਦੇ ਵਿੱਚ ਸੱਚੇ ਥਾਂ ਖੜਨਾ। ਕਿਉਂਕਿ ਜਦੋਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਿਆ ਕਰਦਾ ਸੀ, ਉਸ ਵਕਤ ਚਾਰ ਸਾਹਿਬਜ਼ਾਦਿਆਂ ਦਾ ਕਿੱਸਾ ਹੁੰਦਾ ਸੀ, ਸੋਹਣ ਸਿੰਘ ਸੀਤਲ ਦਾ। ਉਹ ਰੋਜ਼ ਸਵੇਰ ਨੂੰ ਤੜਕੇ ਉੱਠ ਕੇ ਪੜ੍ਹਨਾ, ਉਸ ਤੋਂ ਬਾਅਦ ਪੜ੍ਹਾਈ ਸ਼ੁਰੂ ਕਰਨੀ, ਸਾਰੇ ਦਾ ਸਾਰਾ ਕਿੱਸਾ ਪੜ੍ਹਨਾ। ਮੈਂ ਤਾਂ, ਮੇਰੇ ਤੋਂ ਵੱਡੇ ਭਰਾ ਨੇ ਤੇ ਸਾਡੀ ਮਾਤਾ ਨੇ ਤਾਂ ਭੈਣ ਨੇ ਕੋਲ ਚਰਖਾ ਕੱਤਦੇ ਨੇ ਸੁਣਨਾ। ਉਹ ਜਿਹੜੀ ਗੱਲ ਆ ਉਹ ਹੱਡਾਂ ਵਿੱਚ ਸਾਡੇ ਰਚ ਗਈ ਤੇ ਕਿਹੜਾ ਰਾਹ ਸਹੀ ਆ। ਤੇ ਉਸ ਤੋਂ ਬਾਅਦ ਜਦੋਂ ਟੀਚਰ ਦੇ ਨਾਲ ਪੰਗਾ ਪੈ ਗਿਆ ਤੇ ਉਹਨੇ ਗੱਲ ਕੀ ਵੀ ਮੇਰੀ ਛੁੱਟੀ ਹੋ ਗਈ ਉੱਥੋਂ ਕਾਲਜ ਤੋਂ। ਉਹ ਤੋਂ ਅਗਲੇ ਸਾਲ ਫੇਰ ਐਡਮਿਸ਼ਨ ਲਿਆ ਸਨ 74 ਦੇ ਵਿੱਚ। ਐਡਮਿਸ਼ਨ ਲਿਆ, ਚਲੋ ਗੱਲ ਬਣ ਗਈ। ਉੱਥੇ ਸਾਡਾ ਜਿਹੜਾ ਰਾਬਤਾ, ਉੱਥੇ ਯੂਨੀਅਨ ਬਣ ਗਈ, ਪੰਜਾਬ ਸਟੂਡੈਂਟ ਯੂਨੀਅਨ। ਤੇ ਸਾਡੇ ਜਿਹੜੇ ਉਹ ਬਣਾਉਣ ਵਾਲੇ ਜਿਹੜੇ ਸਰਕਰਦਾ ਆਗੂ, ਉਹ ਉਹਨਾਂ ਸਮਿਆਂ ਦੇ ਵਿੱਚ ਸੀ ਬਲਦੇਵ ਸਿੰਘ ਦੇਬੀ ਜੀ, ਬਲਦੇਵ ਰੈਪਾ। ਤੇ ਉਹਨਾਂ ਨੇ ਉਹ ਯੂਨੀਅਨ ਬੜੀ ਆਪਣੇ ਤਜਰਬੇ ਦੇ ਹਿਸਾਬ ਦੇ ਨਾਲ, ਸਾਤੋਂ ਬਹੁਤ ਸੀਨੀਅਰ ਸੀ, ਵੱਡੇ ਸੀ ਉਮਰ ਵਿੱਚ, ਤੇ ਉਹਨਾਂ ਨੇ ਤਜਰਬੇ ਦੇ ਹਿਸਾਬ ਨਾਲ ਯੂਨੀਅਨ ਬਣਾਈ ਤੇ ਉਹ ਬੜੀ ਜ਼ਬਰਦਸਤ ਬਣੀ। ਤੇ ਯੂਨੀਅਨ ਬਣਾਉਣ ਤੋਂ ਬਾਅਦ ਜਿਹੜੀਆਂ ਉੱਥੇ ਕਾਲਜ ਦੇ ਵਿੱਚ ਜਿਹੜੀਆਂ ਸਰਗਰਮੀਆਂ ਹੁੰਦੀਆਂ ਸੀ, ਕਾਲਜ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਲੜਦੇ ਰਹੇ ਹਾਂ। ਰੈਲੀਆਂ, ਹੜਤਾਲਾਂ ਤੇ ਮੁਜ਼ਾਹਰੇ, ਪ੍ਰਦਰਸ਼ਨ, ਇਹ ਸਾਰਾ ਕੁਝ ਕਰਦੇ ਰਹੇ ਹਾਂ। ਤੇ ਇਹ ਤੋਂ ਬਿਨਾਂ ਜਿੱਥੇ ਅਸੀਂ ਲੋਕਲ ਮੰਗਾਂ ਦੇ ਲਈ ਸੰਘਰਸ਼ ਕਰਦੇ ਸੀ, ਉਹ ਤੋਂ ਬਿਨਾਂ ਪੰਜਾਬ ਸਟੂਡੈਂਟ ਯੂਨੀਅਨ ਦੀ ਜਿਹੜੀ ਵੀ ਕਾਲ ਆਉਂਦੀ ਪੰਜਾਬ ਪੱਧਰ ਤੇ, ਉਹਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲੈਂਦੇ। ਜਿਵੇਂ ਉਹਨਾਂ ਸਮਿਆਂ ਦੇ ਵਿੱਚ ਕੁਝ ਮੰਗਾਂ ਸੀ, ਬੱਸਾਂ ਦੇ ਪਾਸ ਮਨਜ਼ੂਰ ਕਰਾਉਣੇ ਤਾਂ ਜੋ ਹਰੇਕ ਵਿਦਿਆਰਥੀ
ਫ੍ਰੀ ਬੱਸ ਦੇ ਵਿੱਚ ਜਾ ਕੇ ਆਪਣਾ ਪੜ੍ਹਾਈ ਕਰ ਸਕੇ। ਬੱਸਾਂ ਦੇ ਪਾਸਾਂ ਦੀ ਮੰਗ, ਫੀਸਾਂ ਘੱਟ ਕਰਾਉਣੀਆਂ, ਕਿਤਾਬਾਂ ਸਸਤੀਆਂ ਕਰਾਉਣੀਆਂ। ਤੇ ਮੋਗਾ ਜਿਹੜਾ ਗੋਲੀ ਕਾਂਡ ਹੋਇਆ ਸੀ ਉਹ ਸ਼ਹੀਦਾਂ ਦੀ ਯਾਦ ਦੇ ਜਿਹੜੇ ਸਿਨੇਮੇ ਦੇ ਬਦਲੇ ਹੋਇਆ ਸੀ, ਉਹ ਸਿਨੇਮੇ ਨੂੰ ਪਹਿਲਾਂ ਤਾਂ ਬੰਦ ਕਰਾਇਆ ਸੀ ਸੰਘਰਸ਼ ਕਰਕੇ। ਉਸ ਤੋਂ ਬਾਅਦ ਇਹ ਮੰਗ ਉੱਠੀ ਕਿ ਇੱਥੇ ਜਿਹੜੀ ਲਾਇਬ੍ਰੇਰੀ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਵਿਦਿਆਰਥੀ ਸ਼ਹੀਦ ਹੋਏ ਆ, ਉਹ ਲਾਇਬ੍ਰੇਰੀ ਖੁੱਲਣੀ ਚਾਹੀਦੀ ਆ। ਤੇ ਇਹ ਮੰਗਾਂ ਦੇ ਨਾਲ ਅਸੀਂ ਬਹੁਤ ਸਰਗਰਮੀ ਦੇ ਨਾਲ ਅੱਗੇ ਆਉਂਦੇ ਰਹੇ ਹਾਂ। ਤੇ ਸਾਡੀ ਇੱਕ ਕਿਸਮ ਦੀ ਯੂਨੀਅਨ ਦੀ ਇੰਨਾ ਸਾਰੇ ਵਿਦਿਆਰਥੀ ਜੁੜ ਗਏ ਕਿ ਪੂਰੀ ਸਾਡੀ ਸ਼ਹਿਰ ਵਿੱਚ ਵੀ ਧਾਕ ਬਣ ਗਈ, ਅਫਸਰਸ਼ਾਹੀ ਤੇ ਵੀ ਧਾਕ ਬਣ ਗਈ, ਐਡਮਿਨਿਸਟ੍ਰੇਸ਼ਨ ਤੇ ਵੀ ਧਾਕ ਬਣ ਗਈ। ਤੇ ਐਸਡੀਐਮ ਨੂੰ ਅਸੀਂ ਪਤਾ ਨਹੀਂ ਕਿੰਨੇ ਕੁ ਵਾਰੀ ਅਸੀਂ ਮੈਮੋਰੰਡਮ ਲੈ ਕੇ ਮਿਲਦੇ ਰਹੇ ਹਾਂ। ਤੇ ਕਾਲਜ ਦੇ ਪ੍ਰਿੰਸੀਪਲ ਦੇ ਨਾਲ ਸਾਡਾ ਮੱਥਾ ਲੱਗਦਾ ਰਿਹਾ। ਅਸੀਂ ਇਹ ਦੇਖ ਲਿਆ ਵੀ ਇਹ ਇੱਕ ਟੇਢਾ ਜਿਹਾ ਬੰਦਾ ਆ, ਇਹ ਹੋਰੇ ਹਿਸਾਬ ਦਾ ਆ, ਇਹ ਇੱਕ ਸਰਕਾਰੀ ਜਿੱਦਾਂ ਵੀ ਬੰਦਾ ਸਾਡੇ ਤੇ ਠੋਸਿਆ ਆਇਆ ਹੁੰਦਾ। ਤੇ ਉਸੇ ਹਿਸਾਬ ਦੇ ਨਾਲ ਜਦੋਂ ਉਹ ਨਰਮਾਈ ਦੇ ਨਾਲ ਨਾ ਮੰਨਿਆ, ਸਾਨੂੰ ਫਿਰ ਸੰਘਰਸ਼ਾਂ ਦਾ ਤਰੀਕਾ ਅਪਣਾਉਣਾ ਪਿਆ ਆਪਣੀਆਂ ਮੰਗਾਂ ਮਨਾਉਣ ਦੇ ਲਈ। ਤੇ ਉਹ ਅਸੀਂ ਸਾਰੇ ਰਾਹ ਅਪਣਾਉਣ ਤੋਂ ਬਾਅਦ ਫਿਰ ਇੱਕ ਸਮਾਂ ਇਹ ਆਇਆ ਜਾਂ ਸਾਰੇ ਹੀਲੇ ਮੁੱਕ ਗਏ। ਇੱਕ ਸਮਾਂ ਇਹ ਆਇਆ ਕਿ ਅਸੀਂ ਫੈਸਲਾ ਕੀਤਾ ਕਿ ਪ੍ਰਿੰਸੀਪਲ ਨੂੰ ਦਫ਼ਤਰ ਦੇ ਵਿੱਚ ਹੀ ਜੰਦਾ ਲਾ ਕੇ ਬੰਦ ਕਰ ਦਿਓ। ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੂਗਾ ਅਸੀਂ ਇਹਨੂੰ ਬਾਹਰ ਨਹੀਂ ਨਿਕਲਣ ਦੇਣਾ। ਉਹਦਾ ਚਾਹ ਪਾਣੀ ਸਾਰਾ ਕੁਝ ਬੰਦ। ਤੇ ਉਹਨੂੰ ਉੱਥੇ ਬੰਦ ਕਰਤਾ। ਸਾਰੇ ਦੇ ਸਾਰੇ ਜਿਹੜੇ ਸਟੂਡੈਂਟ ਸੀ ਉਹ ਬਾਹਰ ਬੈਠ ਗਏ ਦਫ਼ਤਰ ਦੇ। ਅਸੀਂ ਪੂਰੀ ਤਿਆਰੀ ਕਰਕੇ ਵੀ ਹੁਣ ਟੈਲੀਫੋਨ ਖੜਕਾਊਗਾ, ਪੁਲਿਸ ਆਊਗੀ, ਪੁਲਿਸ ਵੀ ਵੱਡੀ ਗਿਣਤੀ 'ਚ ਰਫਲਾਂ ਲੈ ਕੇ ਆਊਗੀ, ਵੀ ਹੁਣ ਕੁਝ ਵੀ ਹੋ ਸਕਦਾ। ਸਟੂਡੈਂਟਾਂ ਨੂੰ ਤਿਆਰ ਕਰ ਲਿਆ ਵੀ ਲਾਠੀ ਤੇ ਗੋਲੀ ਵੀ ਚੱਲ ਸਕਦੀ ਆ, ਮੁਕਾਬਲਾ ਕਰਨ ਲਈ ਤਿਆਰ ਹੋ ਜਾਓ। ਇੱਟ ਬੱਟਾ ਅਸੀਂ ਇਕੱਠਾ ਕਰ ਲਿਆ ਬਹੁਤ ਵੱਡੀ ਪੱਧਰ ਤੇ ਡਾਂਗ ਸੋਟਾ ਵੀ ਸਵਾਰ ਕੇ ਤੇਲ ਲਾ ਕੇ ਰੱਖ ਲਿਆ। ਤੇ ਕੁਝ ਸਮੇਂ ਬਾਅਦ ਪੁਲਿਸ ਆ ਗਏ ਤੇ ਪੁਲਿਸ ਦੇ ਨਾਲ ਸਾਡਾ ਪੇਚਾ ਪੈਂਦਾ। ਤੇ ਪੁਲਿਸ ਨੂੰ ਇੱਕ ਇਹ ਤੋਂ ਬਾਅਦ ਪਹਿਲਾਂ ਮੈਂ ਇਹ ਗੱਲ ਕਰਾਂ ਕਿ ਕੋਈ ਇੱਕ ਮੰਗਾਂ ਦੀ ਖਾਤਰ ਸੀਐਮ ਦੀ ਅਰਥੀ ਸਾੜਨੀ ਸੀ। ਕੁਝ ਸਮਾਂ ਪਹਿਲਾਂ ਦੀ ਗੱਲ ਆ। ਨਵੇਂ ਸ਼ਹਿਰ ਦੇ ਬੱਸ ਅੱਡੇ ਦੇ ਵਿੱਚ ਜਦੋਂ ਅਰਥੀ ਸਾੜਨ ਵਿਦਿਆਰਥੀ ਗਏ, ਜਿਹੜਾ ਪੁਲਿਸ ਦਾ ਇੰਚਾਰਜ ਸੀ ਇੰਸਪੈਕਟਰ, ਉਹਨੇ ਆ ਕੇ ਵਿਦਿਆਰਥੀਆਂ ਨੂੰ ਦਬਕਾ ਮਾਰਿਆ। ਜਦੋਂ ਅਰਥੀ ਨੂੰ ਤੀਲੀ ਲਾਉਣ ਲੱਗੇ, ਉਹਨੇ ਰਿਵਾਲਵਰ ਕੱਢ ਲਿਆ। ਰਿਵਾਲਵਰ ਕੱਢ ਕੇ ਕਹਿੰਦਾ ਮੈਂ ਤੁਹਾਡੇ ਗੋਲੀਆਂ ਜਾਣੀ ਮੈਂ ਹੁਣ ਇੱਥੇ ਨਾਂ ਨਹੀਂ ਲੈ ਸਕਦਾ ਵੀ ਮੈਂ ਤੁਹਾਡੇ ਪ੍ਰਾਈਵੇਟ ਥਾਂ ਤੇ ਗੋਲੀਆਂ ਮਾਰੂੰਗਾ, ਨੱਠ ਜਾ ਇੱਥੋਂ। ਤੇ ਕੁਛ ਗਿਣਤੀ ਦੇ 16-17 ਕ ਵਿਦਿਆਰਥੀ ਰਹਿ ਗਏ, ਬਾਕੀ ਦੇ ਥੋੜਾ ਪਿੱਛੇ ਹਟ ਗਏ। ਤੇ ਮੌਕਾ ਦੇਖ ਕੇ ਦਾ ਪਿੱਛ ਦੇ ਤੌਰ ਤੇ ਸਾਨੂੰ ਉੱਥੇ ਫਿਰ ਮੌਕਾ ਸਾਂਭਣਾ ਪਿਆ। ਅਸੀਂ ਵੀ ਰੁਕ ਗਏ। ਉਹ ਜਿਹੜੀ ਗੱਲ ਹੈ ਉਹੀ ਇੰਸਪੈਕਟਰ ਫੇਰ ਉੱਥੇ ਆ ਗਿਆ ਕਾਲਜ ਦੇ ਵਿੱਚ। ਕੋਈ 25 ਦੇ ਕਰੀਬ ਪੁਲਿਸੀਏ ਰਫਲਾਂ ਲੈ ਕੇ ਆ ਗਏ। ਤੇ ਸਾਡੀ ਵੀ ਪੂਰੀ ਤਿਆਰੀ ਸੀ। ਫਿਰ ਬਲਦੇਵ ਸਿੰਘ ਦੇਬੀ ਜਿਹੜਾ ਸਾਡਾ ਆਗੂ ਸੀ, ਉਹਨੇ ਫਿਰ ਲਲਕਾਰ ਕੇ ਕਿਹਾ ਕਿ ਉਸ ਦਿਨ ਤੂੰ ਸਾਨੂੰ ਕਿਹਾ ਸੀ ਨਾ ਵੀ ਮੈਂ ਗੋਲੀਆਂ ਮਾਰੂੰਗਾ, ਬਈ ਅੱਜ ਤੈਨੂੰ ਅਸੀਂ ਸਿਰਫ 2 ਮਿੰਟ ਦਿੰਨੇ। ਤੇਰਾ ਇੱਥੇ ਪੁਲਿਸ ਦਾ ਕੰਮ ਨਹੀਂ ਹੈ। ਇੱਥੇ ਕਾਲਜਾਂ ਵਿੱਚ ਬੰਦੀ ਸੀ ਪੁਲਿਸ ਨੂੰ ਆਉਣ ਦੀ। ਸਟੂਡੈਂਟਾਂ ਨੇ ਸੰਘਰਸ਼ ਕਰਕੇ ਪੁਲਿਸ ਬੰਦ ਕਰਾਈ ਸੀ ਵੀ ਕਾਲਜਾਂ ਵਿੱਚ ਐਂਟਰ ਨਹੀਂ ਹੋ ਸਕਦੀ। ਉਹਨੂੰ ਕਿਹਾ ਕਿ ਅਸੀਂ ਕਾਲਜ ਦੇ ਵਿੱਚ ਇੱਥੇ ਸ਼ਰਾਬ ਦੀਆਂ ਭੱਠੀਆਂ ਨਹੀਂ ਲਾਈਆਂ ਜਿਹੜੇ ਤੁਸੀਂ ਇੱਥੇ ਆ ਗਏ ਆ। ਇੱਥੇ ਕੋਈ ਕਤਲ ਨਹੀਂ ਹੋ ਗਿਆ, ਸਾਡੇ ਘਰ ਦਾ ਮਾਮਲਾ ਆ, ਸਾਡਾ ਪਰਸਨਲ ਮਾਮਲਾ ਆ। ਤੁਹਾਡਾ ਕੀ ਇੱਥੇ ਕੰਮ, ਤੁਸੀਂ ਕੀ ਕਰਨਾ ਹੈ? 2 ਮਿੰਟ ਵਿੱਚ ਇੱਥੋਂ ਬਾਹਰ ਨਿਕਲ ਜਾਓ, ਨਹੀਂ ਤਾਂ ਜਿਹੜੇ ਰਿਵਾਲਵਰ ਨਾਲ ਤੂੰ ਕਹਿੰਦਾ ਸੀ ਨਾ ਗੋਲੀਆਂ ਮਾਰਨੀਆਂ, ਉਹੀ ਰਿਵਾਲਵਰ ਤੇਰੇ ਟੂਹੇ 'ਚ ਦੇਣਾ। ਤੇ ਉਹਨੂੰ ਇਹ ਵਿਦਿਆਰਥੀਆਂ ਨੇ ਜਿੰਦਾਬਾਦ ਮੁਰਦਾਬਾਦ ਕਰਨੀ ਸ਼ੁਰੂ ਕਰਤੀ, ਪੁਲਿਸ ਗੋ ਬੈਕ। ਤੇ ਉਹਨੂੰ ਮਜਬੂਰਨ ਵਿਦਿਆਰਥੀਆਂ ਦਾ ਗੁੱਸਾ ਦੇਖ ਕੇ ਵਿਦਿਆਰਥੀ ਉੱਠ ਜਾਣੀ ਝਪਟਣ ਨੂੰ ਫਿਰਨ ਵੀ ਇਹਨਾਂ ਨੂੰ ਢਾਹ ਲਈਏ, ਬੇਸ਼ੱਕ ਇਹਨਾਂ ਕੋਲ ਰਫਲਾ ਆ। ਇੰਨਾ ਜੋਸ਼ ਸੀ ਕਿਉਂਕਿ ਵਿਦਿਆਰਥੀਆਂ ਦਾ ਆਪਣੀਆਂ ਮੰਗਾਂ ਦੇ ਪ੍ਰਤੀ ਸੀਗਾ ਇੰਨਾ ਗੁੱਸਾ ਵੀ ਇਹ ਸਾਨੂੰ ਕਿੱਦਾਂ ਦਬਾਉਣ ਆ ਗਏ। ਤਾਂ ਪੁਲਿਸ ਨੂੰ ਫਿਰ ਪਿੱਛੇ ਹਟਣਾ ਪਿਆ। ਉਸ ਤੋਂ ਇਹ ਇੱਕ ਬਹੁਤ ਵੱਡੀ ਸਾਡੀ ਪ੍ਰਾਪਤੀ ਸੀ। ਇਸੇ ਹੀ ਤਰ੍ਹਾਂ ਕੀ ਬਾਤ ਕੀਤਾ ਸੀ, ਚੰਗੀ ਤਰ੍ਹਾਂ ਦੱਸ ਦਿਓ ਥੋੜਾ ਜਿਹਾ। ਹਾਂਜੀ, ਪ੍ਰਾਪਤੀ ਬਾਰੇ ਕਲੀਅਰ ਕਰ ਦਿਓ ਵੀ ਸੰਘਰਸ਼ ਤੋਂ ਬਾਅਦ ਕੀ ਬੱਸਾਂ ਦੇ ਪਾਸ ਬਣ ਗਏ, ਸਟੂਡੈਂਟਸ ਦੇ ਕਿਤਾਬਾਂ ਦਾ ਕੀ ਹੋਇਆ? ਹਾਂਜੀ, ਬੱਸਾਂ ਦੇ ਪਾਸ ਵੀ ਬਣੇ, ਫੀਸਾਂ ਵੀ ਘੱਟ ਹੋਈਆਂ ਤੇ ਕਿਤਾਬਾਂ ਵੀ ਸਸਤੀਆਂ ਕਰਾਈਆਂ। ਤੇ ਜਿਹੜਾ ਮੋਗਾ ਗੋਲੀ ਕਾਂਡ ਦਾ ਜਿਹੜਾ ਉਹ ਸੀ ਜਗ੍ਹਾ ਯਾਦਗਾਰ ਬਣਾਉਣ ਦੀ, ਪਹਿਲਾਂ ਲਾਇਬ੍ਰੇਰੀ ਦੀ ਸੀ, ਫਿਰ ਕਹਿੰਦੇ ਵੀ ਯਾਦਗਾਰ, ਉਹ ਸਾਰਾ ਕੁਝ ਉਹ
ਮੰਨ ਚੁੱਕੇ ਆ, ਉਹ ਸੰਘਰਸ਼ ਦੀ ਪ੍ਰਾਪਤੀ ਆ ਪੰਜਾਬ ਪੱਧਰ ਤੇ ਲੋਕਲ ਪੱਧਰ ਤੇ ਵੀ ਇਹ ਅਸੀਂ ਪ੍ਰਾਪਤੀ ਕੀਤੀ ਤੇ ਸਾਡੀਆਂ ਮੰਗਾਂ ਪ੍ਰਿੰਸੀਪਲ ਨੂੰ ਮੰਨਣੀਆਂ ਪਈਆਂ ਸੀ ਅੰਤ ਨੂੰ ਜਾ ਕੇ। ਇਹਦੇ ਨਾਲ ਅਸੀਂ ਗੁੰਡਾਗਰਦੀ ਦੇ ਨਾਲ ਵੀ ਟੱਕਰ ਲੈਂਦੇ ਰਹੇ ਯੂਨੀਅਨ ਦੇ ਤੌਰ ਤੇ। ਇੱਕ ਸਟੂਡੈਂਟ ਕਿਸੇ ਕਾਲਜ ਦੇ ਦੂਜੇ ਕਾਲਜ ਦਾ ਵਿਦਿਆਰਥੀ ਸੀਗਾ, ਉਹ ਆਪਣੀ ਭੈਣ ਦੇ ਨਾਲ ਜਾ ਰਿਹਾ ਸੀ ਬਾਜ਼ਾਰ ਦੇ ਵਿੱਚ ਹੀ, ਤੇ ਉਹਦੇ ਤੇ ਬਾਜ਼ਾਰ ਦੇ ਵਿੱਚ ਕਿਸੇ ਛੋਕਰੇ ਨੇ ਕੋਈ ਐਲਤ ਕੀਤੀ ਤੇ ਉਹਨਾਂ ਨਾਲ ਹੱਥੋਂ ਪਾਈ ਹੋ ਗਈ, ਤੇ ਉੱਥੇ ਫਿਰ ਸਟੂਡੈਂਟ ਯੂਨੀਅਨ ਦੇ ਸਾਡੀ ਨੇ ਸਟੈਂਡ ਲਿਆ ਤੇ ਉਹ ਯੂਨੀਅਨ ਦੇ ਸਟੂਡੈਂਟਾਂ ਦੇ ਨਾਲ ਵੀ ਉਹ ਹੱਥੋਂ ਪਾਈ ਹੋਣ ਲੱਗੇ ਤੇ ਉੱਥੇ ਫਿਰ ਡਾਂਗ ਸੁੱਟਾ ਚੰਗਾ ਖੜਕਿਆ, ਫਿਰ ਖੜਕਾਏ ਫਿਰ ਯੂਨੀਅਨ ਵਾਲਿਆਂ ਨੇ ਉਹ ਬੰਦੇ, ਉਸ ਜਿਹੜੇ ਰੋਡ ਦੇ ਬਾਜ਼ਾਰ ਵਾਲੇ ਬੰਦੇ, ਫਿਰ ਭੱਜਦਿਆਂ ਨੂੰ ਰਾਹ ਨਾ ਲੱਭੇ, ਫਿਰ ਪੁਲਿਸ ਸੱਦੀ। ਚਲੋ ਉਸ ਤੋਂ ਬਾਅਦ ਉਹਨਾਂ ਨੇ ਮਾਫੀਆਂ ਮੰਗੀਆਂ। ਅੱਛਾ, ਇੱਕ ਗੱਲ ਹੋਰ ਕਿ ਇੱਕ ਵਿਦਿਆਰਥੀ ਰਾਤ ਨੂੰ ਆ ਰਿਹਾ ਸੀ, ਹੋਸਟਲ ਵਿੱਚ ਉਹਦੀ ਰਿਹਾਇਸ਼ ਸੀ, ਰਾਤ ਨੂੰ ਆ ਰਿਹਾ ਸੀ, ਜਦੋਂ ਬੱਸ ਤੋਂ ਉਤਰਿਆ ਬੱਸ ਅੱਡੇ ਦੇ ਵਿੱਚ 4 ਬਦਮਾਸ਼ ਮਿਊਨਿਸਪਲ ਕਮੇਟੀ ਦੇ ਪਾਲਿਓ, ਉਹ ਦਿਨੇ ਮਿਊਨਿਸਪਲ ਕਮੇਟੀ ਦੇ ਨਾਲ ਜੌਬਾਂ ਕਰਦੇ ਆ, ਕੋਈ ਪਾਣੀ ਦਾ ਛਿੜਕਾਅ ਕਰਦਾ ਸੜਕ ਦੇ ਉੱਤੇ, ਕੋਈ ਕੁਛ ਕਰਦਾ, 4 ਬਦਮਾਸ਼ ਪਾਲਿਓ, ਖਾਦਾ ਪੀਤਾ ਸੀ ਉਹ ਵਿਦਿਆਰਥੀ ਨੂੰ, ਉਹਨੂੰ ਪੈ ਗਿਆ। ਉਹ ਸੀ ਬਹੁਤ ਤਕੜਾ ਪਲੇਅਰ, ਹਾਕੀ ਦਾ, ਫੁੱਟਬਾਲ ਦਾ, ਕਬੱਡੀ ਦਾ, ਬਾਸਕਟਬਾਲ ਦਾ, ਪਤਾ ਨਹੀਂ ਕਿੰਨੀਆਂ ਗੇਮਾਂ ਦਾ ਉਹ ਪਲੇਅਰ ਸੀ, ਬਹੁਤ ਤਕੜਾ ਪਲੇਅਰ ਸੀ। ਉਹਨੇ ਚੌਹਾਂ ਦਾ ਮੁਕਾਬਲਾ ਕਰਦਾ ਰਿਹਾ ਰਾਤ ਭਰ, ਤੇ ਉਹ ਕਾਲਜ ਤੱਕ ਲੜਦਾ ਭਿੜਦਾ ਪਹੁੰਚ ਗਿਆ। ਸਵੇਰ ਨੂੰ ਉਹਨੇ ਹਾਲਤ ਦੱਸੀ, ਉਹਦਾ ਚੰਗਾ ਉਹਦਾ ਬੁਰਾ ਹਾਲ ਹੋਇਆ ਸੀ, ਚੌਂ ਨਾਲ ਭਿੜਦਾ ਰਿਹਾ। ਤੇ ਸਵੇਰ ਨੂੰ ਅਸੀਂ ਫਿਰ ਜਦੋਂ ਸਾਰੇ ਹੋਏ ਤਾਂ ਫਿਰ ਅਸੀਂ ਇਕੱਠੇ ਹੋ ਕੇ ਸ਼ਹਿਰ ਦੇ ਵਿੱਚ ਚਲੇ ਗਏ ਆ, ਜਿੰਦਾਬਾਦ ਮੁਰਦਾਬਾਦ। ਅਸੀਂ ਜਾ ਕੇ ਮਿਊਨਿਸਪਲ ਕਮੇਟੀ ਦੇ ਦਫ਼ਤਰ ਨੂੰ ਘੇਰਾ ਪਾ ਲਿਆ, ਉਹ ਅੰਦਰ ਹੀ ਬੈਠੇ ਸੀਗੇ, ਉਹਨਾਂ ਨੂੰ ਅੰਦਰ ਹੀ ਉੱਥੇ ਕਾਬੂ ਕਰ ਲਿਆ। ਸਾਡੇ ਜੇਬਾਂ ਦੇ ਵਿੱਚ ਫਿਰ ਅਸੀਂ ਬੱਟੇ ਲੈ ਕੇ ਗਏ, ਉੱਤੇ ਪੂਰੇ ਡਾਂਗਾ ਲੈ ਕੇ ਗਏ, ਕੋਈ ਵੀ ਵਿਦਿਆਰਥੀ ਖਾਲੀ ਨਹੀਂ ਸੀ। ਉੱਥੇ ਫਿਰ ਪੁਲਿਸ ਪਹੁੰਚਦੀ ਆ। ਇਹ ਤੋਂ ਪਹਿਲਾਂ ਦੀ ਘਟਨਾ ਆ, ਜਿਹੜੀ ਕਾਲਜ ਵਾਲੀ ਤੁਹਾਨੂੰ ਦੱਸੀ ਪ੍ਰਿੰਸੀਪਲ ਵਾਲੀ, ਇਦੋਂ ਪਹਿਲਾਂ ਦੀ ਘਟਨਾ। ਉਹ ਪੁਲਿਸ ਪਹੁੰਚਦੀ ਆ ਤੇ ਪੁਲਿਸ ਨੂੰ ਉੱਥੇ ਫੇਰ ਵਾਰਨ ਕੀਤਾ ਕਿ ਸਾਡਾ ਮਸਲਾ ਮਿਊਨਿਸਪਲ ਕਮੇਟੀ ਦੇ ਨਾਲ ਆ, ਸਾਡੇ ਮੁੰਡੇ ਨੂੰ ਕੁੱਟਿਆ, ਤੁਸੀਂ ਦੱਸੋ ਤੁਸੀਂ ਸਾਡੀ ਸਪੋਰਟ ਨੂੰ ਆਏ ਆ। ਉਹ ਕਹਿੰਦੇ ਅਸੀਂ ਮਿਊਨਿਸਪਲ ਕਮੇਟੀ ਦੀ, ਉੱਥੇ ਫਿਰ ਇੱਕ ਲਲਕਾਰਾ ਮਾਰਿਆ। ਬੇਟਾ ਮਿਊਨਿਸਪਲ ਕਮੇਟੀ ਜਲੰਧਰ ਸ਼ਹਿਰ ਦੀ ਘਟਨਾ ਹੈ, ਕਿੱਥੋਂ ਦੀ ਹੈ? ਨਵੇਂ ਸ਼ਹਿਰ ਦੀ ਜੀ। ਨਵਾਂ ਸ਼ਹਿਰ, ਠੀਕ ਹੈ ਜੀ। ਪੂਰੇ ਪੰਜਾਬ ਵਿੱਚ ਇਹਦੀ ਚਰਚਾ ਵੀ ਫਿਰ ਹੋਈ ਸੀ, ਪੂਰੇ ਪੰਜਾਬ ਵਿੱਚ ਚਰਚਾ ਹੋਈ ਬਈ ਉਹਨਾਂ ਨੂੰ ਪੁਲਿਸ ਵਾਲੇ ਜਿਹੜਾ ਆਫੀਸਰ ਆਇਆ ਸੀ ਨਾ ਨਾਲ, ਇੰਸਪੈਕਟਰ, ਉਹਨੂੰ ਫਿਰ ਦੱਸਿਆ ਬਈ ਜੇ ਮੁੜਦਾ ਤਾਂ ਮੁੜ ਜਾ, ਨਹੀਂ ਤਾਂ ਅਸੀਂ ਤੁਹਾਡੇ ਉੱਤੇ ਹਮਲਾ ਕਰ ਦੇਣਾ। ਇੱਥੇ ਮੋਗਾ ਗੋਲੀ ਕਾਂਡ ਦੀ ਤਰ੍ਹਾਂ ਇੱਥੇ ਉਹ ਵੀ ਅਸੀਂ ਬੰਨ ਤੋਂ ਅਸੀਂ ਡਰਦੇ ਨਹੀਂ, ਅਸੀਂ ਪਿੱਛੇ ਨਹੀਂ ਹਟਾਂਗੇ। ਜਦੋਂ ਉਹ ਆ ਕੇ ਨਾ ਸਾਨੂੰ ਅੱਖਾਂ ਘੂਰ ਕੱਢਦੇ ਸੀਗੇ ਵੀ ਤੁਸੀਂ ਜਾਓ, ਅਸੀਂ ਇਹਨਾਂ ਦੀ ਮਦਦ ਲਈ ਆਏ ਆ, ਜਦ ਦਬਕਾ ਮਾਰਿਆ, ਜਦ ਨਾਰੇ ਲਾਉਣ ਲੱਗੇ ਸਟੂਡੈਂਟ, ਤਾਂ ਉੱਥੋਂ ਵੀ ਫਿਰ ਪੁਲਿਸ ਨੂੰ ਮੂੰਹ ਦੀ ਖਾਣ ਖਾ ਕੇ ਪਿੱਛੇ ਹਟਣਾ ਪਿਆ। ਜਾਨੀ ਇੰਨਾ ਜ਼ਬਰਦਸਤ ਉੱਥੇ ਕੰਮ ਸੀ। ਇਹਨਾਂ ਸੰਘਰਸ਼ਾਂ ਦੀ ਵਜ੍ਹਾ ਦੇ ਨਾਲ ਸਾਡੇ ਅੰਦਰ ਉਹ ਜਿਹੜੀ ਸਪੈਟ ਆ ਹੋਰ ਆਏ ਦਿਨ ਭਰਦੀ ਗਈ, ਤੇ ਜਿਹੜੇ ਗੁੰਡਿਆਂ ਦੇ ਨਾਲ ਪੰਗਾ ਪਿਆ ਸੀ ਉਹਨਾਂ ਗੁੰਡਿਆਂ ਨੂੰ ਸਾਡੇ ਹਵਾਲੇ ਕੀਤਾ। ਫਿਰ ਮਿਊਨਿਸਪਲ ਕਮੇਟੀ ਨੇ ਸਾਡੇ ਹਵਾਲੇ ਕੀਤਾ ਕੁਝ ਦਿਨਾਂ ਦੇ ਬਾਅਦ, ਤੇ ਅਸੀਂ ਉਹਨਾਂ ਗੁੰਡਿਆਂ ਨੂੰ ਸ਼ਹਿਰ ਦੇ ਪੂਰੇ ਭਰੇ ਬਾਜ਼ਾਰ ਦੇ ਵਿੱਚ, ਚੌਂਕ ਦੇ ਵਿੱਚ ਟਰੈਕਟਰ ਤੇ ਟਰੈਲੀ ਖੜੀ ਕਰਕੇ, ਟਰੈਲੀ ਦੇ ਉੱਤੇ ਚਾੜ ਕੇ ਉਹਨਾਂ ਨੂੰ ਕਿਹਾ ਵੀ ਇੱਥੇ ਲੰਮੇ ਪੈ ਕੇ ਨੱਕ ਦੇ ਨਾਲ ਲਕੀਰਾਂ ਕੱਢੋ, ਨਾਲੇ ਆ ਮਾਈਕ ਫੜ ਕੇ ਇੱਥੇ ਆਪਣੀ ਸੌਰੀ ਕਹੋ, ਗਲਤੀ ਮੰਨੋ, ਦੋਏ ਹੱਥ ਜੋੜ ਕੇ ਕੰਨ ਫੜ ਕੇ। ਤੇ ਇਹ ਸਾਰਾ ਕੁਝ ਹੋਇਆ ਤੇ ਪੂਰਾ ਸ਼ਹਿਰ ਦੇ ਵਿੱਚ ਅਧਿਕਾਰੀਆਂ ਤੱਕ ਸਾਰੇ ਧਾਕ ਸੀ, ਅਫਸਰਸ਼ਾਹੀ ਤੱਕ ਧਾਕ ਪਈ ਸੀ। ਹਾਂਜੀ ਰੋਮੀ ਜੀ, ਮੈਂ ਹੁਣ ਅੱਗੇ ਗੱਲ ਤੋਰਦਾ। ਮੈਂ ਕਿਹਾ ਜਿਹੜੀ ਤੁਸੀਂ ਦੱਸ ਰਹੇ ਹੋ, ਇਹਨਾਂ ਤੋਂ ਲੱਗਦਾ ਫਿਰ ਕੋਈ ਨਾਨਕੇ ਜਾਣ ਦਾ ਵੀ ਕਿਤੇ ਬਣਿਆ ਫਿਰ ਕੋਈ ਹਿੱਲਾ ਵਸੀਲਾ? ਹਾਂਜੀ ਮੈਂ ਸਮਝ ਜਾਂਦੇ ਹੋ, ਕਿਤੇ ਜੇਲ੍ਹ ਜੁਲ ਵੀ ਗਏ ਹੋ ਫਿਰ? ਮੈਂ ਤੁਹਾਨੂੰ ਦੱਸਦਾ, ਪਹਿਲਾਂ ਸਨ 74 ਤੋਂ ਬਾਅਦ 75 ਚੜ ਪੈਂਦਾ। 25 ਜੂਨ 1975 ਨੂੰ ਐਮਰਜੈਂਸੀ ਲੱਗ ਜਾਂਦੀ ਰੋਮੀ ਜੀ। ਐਮਰਜੈਂਸੀ ਦੇ ਵਿੱਚ 4 ਬੰਦਿਆਂ ਨੂੰ ਇਕੱਠੇ ਹੋਣ ਦਾ ਮਨਾਹੀ ਸੀ, 4 ਤੋਂ ਵੱਧ ਇਕੱਠੇ ਹੀ ਨਹੀਂ ਹੋ ਸਕਦੇ। ਇਹ ਸਾਡੇ ਸਾਰਿਆਂ ਦੇ ਉੱਤੇ ਲੱਗੀ। ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਸੀ ਜਾਂ ਜਿਹੜੇ ਯੂਨੀਅਨ ਦੇ ਲੀਡਰ ਸੀਗੇ, ਉਹਨਾਂ ਨੂੰ ਘਰਾਂ ਤੋਂ ਚੱਕਿਆ ਜਾ ਰਿਹਾ ਸੀ, ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਜੇਲ੍ਹਾਂ ਭਰ ਦਿੱਤੀਆਂ ਸੀ। ਤੇ ਉਹਦੇ ਵਿੱਚ ਜਿਹੜਾ ਸਾਡਾ ਆਗੂ ਸੀ ਬਲਦੇਵ ਰਹਿਪਾ, ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਤੇ ਫਿਰ ਅਸੀਂ ਆਪਣੇ ਲੀਡਰ ਤੋਂ ਜਿੱਦਾਂ ਵੀ ਉਦਾਂ ਰਹਿ ਗਏ ਵੀ ਲੀਡਰ ਚੱਕ ਲਓ, ਮਗਰ ਇਹ ਕੀ ਕਰਨਗੇ, ਸਿਰ ਵੱਢ ਦਿਓ।
ਲੀਡਰ ਇਹਨੇ ਤੇ ਸਿਰ ਆ, ਕੁੱਕੜ ਦਾ ਸਿਰ ਵੱਢ ਦਿਓ ਕੀ ਕਰੂਗਾ। ਤੇ ਉਹਨੂੰ ਚੱਕ ਲਿਆ ਤੇ ਉਹ ਤੋਂ ਬਾਅਦ ਫਿਰ ਸਾਨੂੰ ਉੱਪਰਲੀ ਲੀਡਰਸ਼ਿਪ ਆਈ ਕਿ ਤੁਹਾਨੂੰ ਹੁਣ ਕਿਸੇ ਨੂੰ ਮੋਹਰੇ ਆਉਣਾ ਪੈਣਾ। ਉਸ ਵੇਲੇ ਫਿਰ ਮੈਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਈ ਐਮਰਜੈਂਸੀ ਦੇ ਵਿੱਚ। ਸਾਡੀ ਕਮੇਟੀ ਪੂਰੀ ਚੁਣੀ ਗਈ। ਸੂਬੇ ਦੀ ਵੀ ਜ਼ਿੰਮੇਵਾਰੀ ਸੰਭੀ ਹੈ ਵਿਦਿਆਰਥੀ ਜਥੇਬੰਦੀ ਦੀ? ਮੈਂ ਦੱਸਦਾ ਜੀ। ਤੇ ਉਹਦੇ ਵਿੱਚ ਫਿਰ ਸਾਨੂੰ ਐਮਰਜੈਂਸੀ ਦੇ ਵਿੱਚ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ 15 ਅਗਸਤ ਮਨਾਉਣਾ, ਚੀਫ ਮਿਨਿਸਟਰ ਨੇ ਕਾਲਜ ਦੇ ਵਿੱਚ ਆਉਣਾ ਸੀ, ਗਰਾਊਂਡ ਵੱਡੀ ਤੇ ਉੱਥੇ ਸਟੇਜ ਬਹੁਤ ਵੱਡੀ ਪੰਜਾਬ ਲੈਵਲ ਦੀ ਲੱਗਣੀ ਸੀ। ਸਾਨੂੰ ਹੋ ਗਈ ਖਬਰ, ਅਸੀਂ ਕਿਹਾ ਵੀ ਅਸੀਂ 4 ਬੰਦੇ ਨਹੀਂ ਇਕੱਠੇ ਹੋ ਸਕਦੇ, ਇਹ ਐਡਾ ਬੜਾ ਫੰਕਸ਼ਨ ਤੁਹਾਨੂੰ ਕੀ ਕਰਨ ਦਾ ਹੱਕ ਆ, ਚੀਫ ਮਿਨਿਸਟਰ ਨੂੰ ਵੀ ਕੀ ਕਰਨ ਦਾ ਹੱਕ ਆ, ਅਸੀਂ ਹੋਣ ਨਹੀਂ ਦੇਣਾ। ਇੱਥੋਂ ਪੰਗਾ ਪੈ ਗਿਆ ਜੀ। ਤੇ ਪ੍ਰਿੰਸੀਪਲ ਦੇ ਨਾਲ ਪੰਗਾ ਪੈ ਗਿਆ, ਪੁਲਿਸ ਦੇ ਨਾਲ ਪੈ ਗਿਆ। ਪ੍ਰਿੰਸੀਪਲ ਨੇ ਸਾਡਾ ਨਾਂ ਕੱਟ ਦਿੱਤਾ 6 ਸਟੂਡੈਂਟਾਂ ਦਾ, ਤੇ ਪੁਲਿਸ ਨੂੰ ਉਹਨੇ ਕਾਲ ਕਰ ਲਿਆ। ਅਸੀਂ ਪ੍ਰਿੰਸੀਪਲ ਦੀਆਂ ਫੋਨ ਦੀਆਂ ਤਾਰਾਂ ਕੱਟ ਦਿੱਤੀਆਂ। ਅਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕੀਤੀ ਵੀ ਤੂੰ ਹੁਣ ਪੁਲਿਸ ਨੂੰ ਹੁਣ ਸੱਦ ਕੇ ਦੇਖ। ਅਸੀਂ ਫੇਰ ਇਹਨੂੰ ਜੰਦਾ ਮਾਰ ਦਿੱਤਾ। ਫਿਰ ਪੁਲਿਸ ਆਈ, ਬਸ ਫਿਰ ਪੁਲਿਸ ਨਾਲ ਹੋ ਗਿਆ ਸਾਡਾ ਸ਼ੁਰੂ ਲੁਕਣ ਮੀਚੀ ਵਾਲਾ ਖੇਡ। ਪੁਲਿਸ ਆਉਂਦੀ, ਅਸੀਂ ਥੋੜਾ ਪਰੇ ਹੋ ਜਾਂਦੇ, ਵਿਦਿਆਰਥੀ ਦੱਸ ਦਿੰਦੇ ਪੁਲਿਸ ਆ ਗਈ, ਉਹ ਫੇਰ ਚਲ ਜਾਂਦੇ। ਅਸੀਂ ਫੇਰ ਆ ਕੇ ਕਾਲਜ ਵਿੱਚ ਪ੍ਰਾਪੇਗੰਡਾ ਕਰਦੇ, ਉਹ ਫੇਰ ਚਲ ਜਾਂਦੇ। ਫੇਰ ਅਸੀਂ ਤਾਂ ਉੱਥੇ ਰਹਿੰਦੇ, ਮੁੜ ਕੇ ਅਸੀਂ ਫੇਰ ਆ ਜਾਂਦੇ। ਇਸ ਤਰ੍ਹਾਂ ਲੁਕਣ ਮੀਚੀ ਦਾ। ਉਸ ਤੋਂ ਬਾਅਦ ਸਰਗਰਮੀਆਂ ਵਧਣ ਲੱਗ ਪਈਆਂ ਤੇ ਜਿਹੜੇ ਨਵੇਂ ਸ਼ਹਿਰ ਦੇ ਬਾਕੀ ਦੇ ਕਾਲਜ ਸੀ ਉਹਨਾਂ ਦੇ ਵਿੱਚ ਵੀ ਸਰਗਰਮੀਆਂ ਆਏ ਦਿਨ ਵਧਣ ਲੱਗੀਆਂ। ਤੇ ਇੱਕ ਸਮਾਂ ਇਹ ਆਇਆ, ਸਾਡੀ ਜਿਹੜੀ ਸੂਬਾ ਕਮੇਟੀ ਸੀ ਸਾਰੀ ਦੀ ਸਾਰੀ ਉਹ ਫੜੀ ਗਈ ਐਮਰਜੈਂਸੀ ਦੇ ਸਮੇਂ 'ਚ। ਸੂਬਾ ਕਮੇਟੀ ਫੜੀ ਗਈ। ਉਸ ਵਕਤ ਫਿਰ ਮੈਨੂੰ ਸੂਬਾ ਕਮੇਟੀ ਮੈਂਬਰ ਲਿਆ ਗਿਆ। ਤੇ ਜਿਹੜੀ ਸੈਕੰਡ ਲੀਡਰਸ਼ਿਪ ਆਪਾਂ ਕਹਿੰਦੇ ਉਹਦੇ ਵਿੱਚ ਫਿਰ ਮੈਨੂੰ ਲਿਆ ਗਿਆ। ਜਿੰਨਾ ਚਿਰ ਐਮਰਜੈਂਸੀ ਲੱਗੀ ਰਹੀ, ਜਿੰਨਾ ਚਿਰ ਨਵੇਂ ਸਿਰੇ ਤੋਂ ਅਜਲਾਸ ਨਹੀਂ ਹੋ ਗਿਆ, ਉਨਾ ਚਿਰ ਮੈਂ ਸੂਬਾ ਕਮੇਟੀ ਮੈਂਬਰ ਰਿਹਾ। ਜਦੋਂ ਨਵੇਂ ਸਿਰਿਓਂ ਅਜਲਾਸ ਹੋਇਆ ਫਿਰ ਸਟੂਡੈਂਟਾਂ ਨੇ ਫਿਰ ਮੈਨੂੰ ਸੂਬਾ ਕਮੇਟੀ ਮੈਂਬਰ ਜਿੱਦਾਂ ਚੁਣਿਆ ਦੁਬਾਰਾ। ਉਦੋਂ DYFI ਸੀ ਜਾਂ ਇਹਦਾ ਪੰਜਾਬ ਨੌਜਵਾਨ ਸਭਾ ਸੀ? ਇਹ ਪੰਜਾਬ ਸਟੂਡੈਂਟ ਯੂਨੀਅਨ ਸੀ। ਜੀ ਪੰਜਾਬ ਸਟੂਡੈਂਟ ਯੂਨੀਅਨ। ਹਾਂਜੀ, ਜਦੋਂ ਤੁਸੀਂ ਸੂਬਾ ਕਮੇਟੀ 'ਚ ਆਏ ਹੋ ਉਦੋਂ ਤੱਕ ਤਾਂ ਮੇਰੇ ਖਿਆਲ DYFI ਨਹੀਂ ਆ ਗਈ ਸੀ। DYFI ਨਹੀਂ ਜੀ, ਇਹ ਉਸ ਵਕਤ 3 ਯੂਨੀਅਨਾਂ ਚੱਲ ਰਹੀਆਂ ਸੀ। ਵੱਡੀ ਪੱਧਰ ਤੇ ਪੰਜਾਬ ਸਟੂਡੈਂਟ ਯੂਨੀਅਨ ਸੀ, ਜਿਹਦੇ ਵਿੱਚ ਪ੍ਰਿੰਸੀਪਲ ਰੰਧਾਵਾ, ਇਹਦੀਆਂ ਫਿਰ 2 ਹੋ ਗਈਆਂ ਸੀ। ਐਮਰਜੈਂਸੀ ਜਦੋਂ ਲੱਗਦੀ, ਜਿਹੜੇ ਦਿਨ ਲੱਗਦੀ ਆ ਉਹਨਾਂ ਦਿਨਾਂ ਦੇ ਵਿੱਚ 2 ਹੋ ਗਈਆਂ ਸੀ। ਇੱਕ ਬਿੱਕਰ ਕੰਮੇਆਣਾ ਦੀ ਬਣ ਗਈ ਸੀ, ਇੱਕ ਪ੍ਰਿੰਸੀਪਲ ਰੰਧਾਵਾ ਦੀ ਰਹਿ ਗਈ। ਇਹ ਦੋਨੋਂ ਯੂਨੀਅਨਾਂ 2 ਸਾਲ ਚੱਲੀਆਂ। ਫਿਰ ਉਸ ਤੋਂ ਬਾਅਦ ਫਿਰ 2 ਦੀਆਂ ਵੀ ਫਿਰ 3 ਬਣ ਗਈਆਂ ਸੀ। ਤੇ ਪਹਿਲਾਂ ਇਹਦਾ ਜਿੱਦਾਂ ਜ਼ੋਰ ਸੀ, ਜਦੋਂ ਫਿਰ 3 ਥਾਈਂ ਯੂਨੀਅਨ ਵੰਡੀ ਗਈ ਫਿਰ ਉਹਦਾ ਜ਼ੋਰ ਵੀ ਘਟ ਗਿਆ। ਤੇ ਜਾਣੀ ਉਹਦੇ ਵਿੱਚੋਂ ਜਿਹੜੀ ਇੱਕ ਯੂਨੀਅਨ ਸੀ ਸੁਖਦੇਵ ਪਾਂਧੀ, ਸਾਡਾ ਫਿਰ ਜਨਰਲ ਸੈਕਟਰੀ ਸੀ। ਅਸੀਂ ਫਿਰ ਸੂਬਾ ਕਮੇਟੀ ਮੈਂਬਰ ਸੀ। ਜਲੰਧਰ ਤੇ ਕਪੂਰਥਲਾ ਜ਼ਿਲ੍ਹਾ ਮੈਂ ਦੋਨਾਂ ਦਾ ਜਿਹੜਾ ਮੇਰੇ ਕੋਲ ਚਾਰਜ ਹੁੰਦਾ ਸੀ ਐਮਰਜੈਂਸੀ ਦੇ ਸਮੇਂ ਵਿੱਚ ਵੀ, ਬਾਅਦ ਵਿੱਚ ਵੀ। ਬਾਕੀ ਪਿੰਡਾਂ ਦੀਆਂ ਜਿੱਦਾਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੇ ਨੌਜਵਾਨਾਂ ਦੀਆਂ ਨੌਜਵਾਨ ਸਭਾਵਾਂ ਬਣੀਆਂ ਸੀ, ਉਹਨਾਂ ਦੀਆਂ ਮੀਟਿੰਗਾਂ ਕਰਾਉਣੀਆਂ, ਇਹ ਵੀ ਹੁੰਦਾ ਰਿਹਾ। ਬਾਕੀ ਜਿਹੜੇ ਸਾਡੇ ਪਿੰਡ ਦੇ ਵਿੱਚ ਜਦੋਂ ਐਮਰਜੈਂਸੀ ਲੱਗੀ, ਪਿੰਡ ਦੀ ਨੌਜਵਾਨ ਸਭਾ ਨੂੰ, ਹੁਣ ਮੈਂ ਤਾਂ ਚਲਾ ਗਿਆ, ਤੁਸੀਂ ਉਹ ਗੱਲ ਕੀਤੀ ਗ੍ਰਿਫਤਾਰੀ ਦੀ, ਹੁਣ ਪੁਲਿਸ ਮੈਨੂੰ ਲੱਭਦੀ ਆ, ਪੁਲਿਸ ਮੈਨੂੰ ਅਰੈਸਟ ਕਰਨਾ ਚਾਹੁੰਦੀ, ਮੈਂ ਅਰੈਸਟ ਨਹੀਂ ਹੋ ਰਿਹਾ। ਮੇਰੇ ਮੂੰਹ ਤੇ ਹਜੇ ਦਾੜੀ ਮੁੱਛ ਵੀ ਆਈ ਨਹੀਂ ਸੀ, ਬਿਲਕੁਲ ਹਜੇ ਬੱਚਿਆਂ ਦੀ ਤਰ੍ਹਾਂ ਲੱਗਦਾ ਸੀ। 17 ਕੁ ਸਾਲ ਦੀ ਮੇਰੀ ਉਮਰ ਸੀ, 17-18 ਸਾਲ ਦੀ। ਮੈਂ ਉਹਨਾਂ ਦੇ ਕਾਬੂ 'ਚ ਨਹੀਂ ਸੀ ਆ ਰਿਹਾ। ਬੜੇ ਦੁਖੀ ਹੋਏ। ਪਿੰਡ ਵਿੱਚ ਨੌਜਵਾਨ ਸਭਾ ਨੂੰ ਮੈਂ ਪੂਰੀ ਤਰ੍ਹਾਂ ਜਿੱਦਾਂ ਵੀ ਉਹਨਾਂ ਦੀਆਂ ਮੀਟਿੰਗਾਂ ਕਰਾਉਣੀਆਂ, ਸਾਰੀ ਸੇਧ ਦੇਣੀ। ਤੇ ਨੌਜਵਾਨ ਸਭਾ ਨੇ, ਪਿੰਡ ਦੀ ਨੌਜਵਾਨ ਸਭਾ ਨੇ ਇੱਕ ਤਾਂ ਦਿਹਾੜੀ ਦਾ ਮਸਲਾ ਚੱਕਿਆ, ਉਹ ਹੱਲ ਕਰਵਾਇਆ। ਮਜ਼ਦੂਰਾਂ ਦੀ ਦਿਹਾੜੀ ਵਧਣੀ ਚਾਹੀਦੀ ਆ। ਨੰਬਰ 2 ਫਿਰ ਗੜੇ ਪਏ। ਗੜਿਆਂ ਦਾ ਜਿਹੜਾ ਮੁਆਵਜ਼ਾ ਮਿਲਣਾ ਸੀ, ਉਹ ਮੁਆਵਜ਼ਾ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਦਵਾਇਆ ਵੀ ਇਹ ਲੋੜਵੰਦ ਆ, ਜਿਹੜੇ ਖਾਂਦੇ ਪੀਂਦੇ ਘਰਾਣੇ, ਉਹਨਾਂ ਦੀਆਂ ਕਣਕਾਂ ਦਾ ਸਰਵੇ ਕਰਾਇਆ ਕੋਲ ਜਾ ਕੇ ਵੀ ਇਹਨਾਂ ਦੀ ਤਾਂ ਖਰਾਬੇ ਨਹੀਂ ਹੋਈਆਂ, ਜਿਨ੍ਹਾਂ ਦੀਆਂ ਖਰਾਬ ਹੋਈਆਂ ਉਹਨਾਂ ਨੂੰ ਦਿਓ। ਸੋ ਉਹ ਲੜ ਭਿੜ ਕੇ ਉਹ ਕਰਵਾਇਆ। ਉਸ ਤੋਂ ਬਾਅਦ ਜਿੱਦਾਂ ਵੀ ਨਸਬੰਦੀ ਇੱਕ ਐਮਰਜੈਂਸੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਹੋਈ ਸੀ। ਐਮਰਜੈਂਸੀ ਦੇ ਦੌਰਾਨ ਜ਼ਬਰਦਸਤੀ ਨਸਬੰਦੀ ਕੀਤੀ ਗਈ ਸੀ ਰੋਮੀ ਜੀ। ਉਹਦੇ ਵਾਸਤੇ ਅਸੀਂ ਇਹ ਨੀਤੀ ਲੈ ਕੇ ਆਂਦੀ
ਵੀ ਨੌਜਵਾਨ ਸਭਾਵਾਂ ਦੇ ਤੌਰ ਤੇ ਜਾਂ ਸਟੂਡੈਂਟ ਯੂਨੀਅਨ ਦੇ ਤੌਰ ਤੇ ਜਿੱਥੇ ਵੀ ਨਸਬੰਦੀ ਹੁੰਦੀ ਆ ਉੱਥੇ ਡਟ ਕੇ ਖੜ ਜਾਓ। ਮੈਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਆਰਗੇਨਾਈਜ਼ ਕਰਕੇ 25 ਨੌਜਵਾਨ ਤਾਂ ਸਾਡੇ ਕੋਲ ਡਾਂਗਾਂ ਵਾਲੇ ਅਸੀਂ ਤਿਆਰ ਕਰ ਲਿਆ ਸੀ, ਰਾਖਾ ਦਸਤੇ ਉਹਨਾਂ ਨੂੰ ਕਹਿ ਸਕਦੇ ਆ। ਉਹ ਕਹਿੰਦੇ ਵੀ ਪੁਲਿਸ ਆ ਜਾਵੇ, ਕੋਈ ਆ ਜਾਵੇ, ਨਸਬੰਦੀ ਵਾਲੇ ਆਉਣ, ਅਸੀਂ ਇਹ ਜ਼ੁਲਮ ਨਹੀਂ ਹੋਣ ਦੇਣਾ, ਜ਼ਬਰਦਸਤੀ ਹੋਣ ਨਹੀਂ ਦੇਣੀ। ਕੋਈ ਆਪਣੀ ਮੌਜ ਨਾਲ ਕਰਾਉਂਦਾ ਤਾਂ ਕਰਾਵੇ। ਜਦੋਂ ਦੂਜੇ ਦਿਨ ਪੁਲਿਸ ਨੂੰ ਖਬਰ ਹੋਈ, ਪੁਲਿਸ ਪਿੰਡ ਵਿੱਚ ਐਂਟਰ ਨਹੀਂ ਹੋਈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਸਾਡੇ ਕੁੱਟ ਪੈਣੀ ਆ, ਵੀ ਨਸਬੰਦੀ ਵਾਲਿਆਂ ਦੇ ਕੁੱਟ ਪੈਣੀ, ਸਾਡੇ ਮਾਮਲਾ ਸਾਂਭ ਨਹੀਂ ਹੋਣਾ। ਭਾਵੇਂ ਐਮਰਜੈਂਸੀ ਲੱਗੀ ਹੋਈ ਸੀ, ਐਮਰਜੈਂਸੀ ਦੇ ਵਿੱਚ ਇਹੋ ਜਿਹੀਆਂ ਸਰਗਰਮੀਆਂ ਕਰਦੇ ਰਹੇ ਆ। ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਜਿੱਥੇ ਵੀ ਕੋਈ ਅੜਦਾ ਪ੍ਰਿੰਸੀਪਲ ਜਾਂ ਜਿੱਦਾਂ ਮਰਜ਼ੀ, ਉੱਥੇ ਡਟ ਕੇ ਸਟੈਂਡ ਲੈਂਦੇ ਰਹੇ। ਨਵੇਂ ਸ਼ਹਿਰ ਦੇ ਸਾਰੇ ਕਾਲਜਾਂ ਦੇ ਵਿੱਚ ਹੜਤਾਲਾਂ ਵੀ ਹੁੰਦੀਆਂ ਰਹੀਆਂ ਮੇਰੀ ਅਗਵਾਈ ਦੇ ਅਧੀਨ। ਤੇ ਉਹਦੇ ਵਿੱਚ ਮੰਗੂਵਾਲ ਤੋਂ ਸੁਰਿੰਦਰ ਸਿੰਘ ਮੰਗੂਵਾਲ ਜੀ, ਤੇ ਉਹਨਾਂ ਦਾ ਦੂਜਾ ਨਾਂ ਸੰਤਰਾਮ ਦੇ ਤੌਰ ਤੇ ਵੀ ਹੈਗੇ ਆ, ਤੇ ਉਹਨਾਂ ਦੇ ਨਾਲ ਹੋਰ ਨੌਜਵਾਨ ਇਸ ਵਕਤ ਸੁਰਿੰਦਰ ਸਿੰਘ ਮੰਗੂਵਾਲ ਕੈਨੇਡਾ ਦੇ ਵਿੱਚ ਆ। ਉਹਨਾਂ ਨੇ ਅਗਵਾਈ ਕਰਕੇ 3 ਕਾਲਜਾਂ ਦੇ ਵੱਲੋਂ ਸਟ੍ਰਾਈਕ ਕਰਵਾਈ ਸੀ। ਉਸ ਵੇਲੇ ਮਤਲਬ ਮੈਂ ਤਾਂ ਨਹੀਂ ਸੀ ਕਾਲਜ ਜਾ ਸਕਦਾ, ਮੇਰਾ ਤਾਂ ਨਾਂ ਹੀ ਕੱਟਿਆ ਆਇਆ ਸੀ। ਇਮੀਗ੍ਰੇਸ਼ਨ ਤੇ ਨਹੀਂ ਕੋਈ ਦਿੱਕਤ ਆਈ ਫਿਰ ਆ ਸਾਰੀਆਂ ਗੱਲਾਂ ਕਰਕੇ? ਹਾਂਜੀ, ਬਾਹਰ ਜਾਣ ਚ ਜਦੋਂ ਐਮਬੈਸੀ ਦਾ ਚੱਕਰ ਜਦੋਂ ਹੁੰਦੇ ਨੇ, ਇਮੀਗ੍ਰੇਸ਼ਨ ਕਾਗਜ਼ਾਤ, ਉੱਥੇ ਨਹੀਂ ਕੋਈ ਦਿੱਕਤ ਆਈ ਫਿਰ ਜਾਣ ਚ? ਇਹਨਾਂ ਜਿਹੜੇ ਆ ਆਪਣੇ ਸੀਗੇ ਕੰਮਕਾਰ, ਜਿਹੜੇ ਵਿਦਿਆਰਥੀ ਸੰਘਰਸ਼, ਕਾਮਿਆਂ ਦਾ ਸੰਘਰਸ਼ ਜਿਹੜਾ ਸੀ, ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈਣ ਕਰਕੇ? ਹਾਂਜੀ, ਮੈਂ ਤੁਹਾਨੂੰ ਉੱਥੇ ਗੱਲ ਲੈ ਕੇ, ਤੁਹਾਡਾ ਸਵਾਲ ਸੀਗਾ ਵੀ ਗ੍ਰਿਫਤਾਰ, ਮੈਂ ਗ੍ਰਿਫਤਾਰ ਹੋਰ ਨਹੀਂ ਸੀ ਰਿਹਾ। ਆ ਪਿੰਡ ਵਿੱਚ ਆ ਕੁਛ ਨੌਜਵਾਨ ਸਭਾ ਨੇ ਸਰਗਰਮੀਆਂ ਕੀਤੀਆਂ, ਸਿਰਦਰਦੀ ਬਣ ਗਈ ਪੰਚਾਇਤ ਦੀ, ਸਰਪੰਚ ਦੀ ਸਿਰਦਰਦੀ ਬਣ ਗਈ। ਕੀਤਾ ਕਿ ਪਿੰਡ ਦੀ ਨੌਜਵਾਨ ਸਭਾ ਵਾਲਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਉਹਨਾਂ ਦੇ ਡਾਂਗਾ ਵੀ ਪਈਆਂ, ਪਰ ਉਹ ਜਿਹੜੇ ਨੌਜਵਾਨ ਪਿੱਛੇ ਨਹੀਂ ਹਟੇ। ਜਿਹੜੇ ਕੁਛ ਹਟ ਗਏ, ਜਿਹੜੇ ਆਗੂ ਰੋਲ ਅਦਾ ਕਰਦੇ ਸੀ, ਉਹ ਨਹੀਂ ਪਿੱਛੇ ਹਟੇ, ਉਹ ਘਾਬਰੇ ਨਹੀਂ। ਦੂਜੇ ਪਾਸੇ ਉਹਨਾਂ ਮੈਨੂੰ ਗ੍ਰਿਫਤਾਰ ਕਰਨ ਦੇ ਲਈ ਮੇਰੇ ਪੂਰੇ ਪਰਿਵਾਰ ਦੇ ਉੱਤੇ ਦਬਾਅ ਪਾਇਆ ਗਿਆ। ਮੇਰੇ ਬਜ਼ੁਰਗ ਨੂੰ, ਮੇਰੇ ਭਰਾਵਾਂ ਨੂੰ ਫੜ ਕੇ ਉੱਥੇ ਥਾਣੇ ਬਿਠਾ ਲੈਂਦੇ ਕਈ ਦਿਨ। ਤੇ ਇਹ ਵੀ ਸਮਾਂ ਆਉਂਦਾ ਰਿਹਾ ਵੀ ਸਾਡੇ ਸਾਰਾ ਡੰਗਰ ਬੱਛਾ ਖੋਲ ਕੇ ਨਾਲ ਪੁਲਿਸ ਥਾਣੇ ਲੈ ਜਾਂਦੇ ਸੀ, ਉੱਥੇ ਲਿਜਾ ਕੇ ਰੱਖਦੇ ਸੀ। ਸਾਡਾ ਡੰਗਰ ਬੱਛਾ ਵੀ ਖੋਲ ਕੇ ਲੈ ਜਾਂਦੇ ਰਹੇ ਆ। ਆਪਾਂ ਡਟ ਕੇ ਜਿਹੜਾ ਕਦਮ ਟਿਕਾਤਾ, ਉਹ ਟਿਕਾਤਾ, ਪਿੱਛੇ ਨਹੀਂ ਹਟਣ ਦੀ ਕੋਈ ਗੱਲ ਹੀ ਨਹੀਂ ਸੀ। ਮੈਂ ਕਿਹਾ ਫਿਰ ਇਮੀਗ੍ਰੇਸ਼ਨ ਦੇ ਵਿੱਚ ਨਹੀਂ ਦਿੱਕਤਾਂ ਆਈਆਂ? ਜਿਹੜੀ ਤੁਹਾਡੀ ਇਹ ਸੰਘਰਸ਼ ਗਾਥਾ ਇੱਕ ਲੋਕਾਂ ਵਾਸਤੇ ਸੰਘਰਸ਼ ਸੀ, ਆਪਾਂ ਪ੍ਰੋਗਰਾਮ ਦੇ ਵਿੱਚ ਤਾਂ ਤੁਹਾਡੀ ਨਿੱਜੀ ਜ਼ਿੰਦਗੀ ਦਾ ਸੀ ਬੇਸ਼ੱਕ। ਇਮੀਗ੍ਰੇਸ਼ਨ ਦੇ ਵਿੱਚ ਦਿੱਕਤ ਆਈ ਆ, ਉਹ ਪਾਸਪੋਰਟ ਦੇ ਵਿੱਚ ਅੜਿੱਕਾ ਪਾ ਰਹੇ ਸੀ, ਤੇ ਪਾਸਪੋਰਟ ਡਿਪਾਰਟਮੈਂਟ ਵਾਲੇ ਬਹੁਤ ਮੇਰੇ ਗੇੜੇ ਲੱਗੇ, ਬਹੁਤ ਚੱਕਰ ਲੱਗੇ। ਤੇ ਉਹ ਫਿਰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਸੱਜਣ ਨੇ ਮੈਨੂੰ ਦੱਸਿਆ ਵੀ ਆਹ ਤਰੀਕਾ ਵਰਤਣੇ ਨੂੰ ਕਹਿ ਵੀ ਮੈਂ ਦਿੱਲੀ ਜਾ ਕੇ ਨਾ ਤੁਹਾਡੀ ਰਿਪੋਰਟ ਕਰ ਦੇਣੀ ਆ ਵੱਡੇ ਆਫਿਸ ਵਿੱਚ, ਵੱਡੇ ਆਫੀਸਰ ਨੂੰ, ਹਨਾ। ਤੇ ਤਾਂ ਕਰਕੇ ਫਿਰ ਉਹ ਉਹਨਾਂ ਨੂੰ ਫਿਰ ਗੱਲ, ਉਹ ਡਰ ਗਿਆ, ਤੇ ਉਹਨਾਂ ਨੂੰ ਫਿਰ ਮੇਰਾ ਪਾਸਪੋਰਟ ਦੇਣਾ ਪਿਆ। ਤੇ ਫਿਰ ਕੋਈ ਨਹੀਂ, ਕੋਈ ਐਡਾ ਤੁਹਾਡੀ ਜਾਣ ਦਾ ਸਬੱਬ ਤਾਂ ਬਣ ਗਿਆ ਸੀ, ਪਹਿਲਾਂ ਹੀ ਵਿੱਚ ਆ ਗਿਆ ਸੀ ਵੀ ਵਿਆਹ ਇੱਕ ਸਬੱਬ ਬਣ ਗਿਆ ਸੀ, ਕਿਉਂਕਿ ਤੁਹਾਡੇ ਸੁਪਤਨੀ ਸਾਹਿਬਾ ਪਹਿਲਾਂ ਹੀ ਉੱਧਰ ਦੇ ਸੀ ਹਨਾ ਰਹਿਣ ਵਾਲੇ। ਤੇ ਫਿਰ ਉੱਥੇ ਸੈਟਲ ਹੋਣ ਵਾਸਤੇ ਕਿੰਨਾ ਕੁ ਸੰਘਰਸ਼, 32 ਸਾਲ ਤਾਂ ਤੁਹਾਨੂੰ ਰਹਿੰਦਿਆਂ ਨੂੰ ਹੋ ਗਏ, ਕਿੰਨੇ ਕੁ ਸਾਲ ਕਾਫੀ ਤੰਗੀ ਮਹਿਸੂਸ ਹੋਈ ਤੁਹਾਨੂੰ ਕੰਮਕਾਰ ਦੀ? ਸ਼ੁਰੂ ਦੇ ਸਾਲਾਂ ਵਿੱਚ ਤੰਗੀ ਕਾਫੀ ਰਹੀ ਆ। ਕਿਰਾਏ ਦੇ ਘਰ ਵਿੱਚ ਰਹਿੰਦੇ ਰਹੇ ਆ, ਜਾਨੀ ਰੋਟੀ ਪਾਣੀ ਕਾਫੀ, ਜਿੱਦਾਂ ਵੀ ਸਾਨੂੰ ਪਤਾ ਸੀ ਕਿੱਦਾਂ ਆਪਣਾ ਵਕਤ ਸਾਰਿਆ ਦੋਨਾਂ ਜੀਆਂ ਨੇ। ਫਿਰ ਬੱਚੇ ਪੈਦਾ ਹੁੰਦੇ ਆ, ਤੇ ਵੱਡੇ ਲੜਕੇ ਦਾ ਜਨਮ ਹੁੰਦਾ, ਉਸ ਵੇਲੇ ਵੀ ਅਸੀਂ ਬੜੇ ਔਖੇ ਸੀ। ਅਸੀਂ ਉਹਨਾਂ ਸਮਿਆਂ ਵਿੱਚ ਜਦੋਂ ਕੋਈ ਘੱਟੋ ਘੱਟ ਸਾਨੂੰ 20 ਜਾਂ 25 ਪਾਉਂਡ ਚਾਹੀਦੇ ਸੀ ਹਫ਼ਤੇ ਦੇ ਰਾਸ਼ਨ ਪਾਣੀ ਲਈ, ਅਸੀਂ ਸਿਰਫ 5 ਪਾਉਂਡ ਨਾਲ ਹਫ਼ਤਾ ਕੱਢਦੇ ਰਹੇ। 5 ਪਾਉਂਡ ਨਾਲ, ਜਿੱਥੇ 25 ਪਾਉਂਡ ਚਾਹੀਦੇ ਆ, ਅਸੀਂ 5 ਪਾਉਂਡ ਨਾਲ ਆਪਣਾ ਗੁਜ਼ਾਰਾ ਕਰਦੇ ਰਹੇ ਹਾਂ। ਇਸ ਤਰ੍ਹਾਂ ਪਤਨੀ ਨੇ ਬਹੁਤ ਸਾਥ ਦਿੱਤਾ। ਤੇ ਹੁਣ ਇਹ ਕਿਵੇਂ ਆ, ਤੁਹਾਡੇ ਬੱਚੇ ਦੋਨੋਂ ਬਾਹਰ ਹੋਏ ਨੇ? ਤੁਹਾਡੀ ਆਵਾਜ਼ ਰੋਮੀ ਜੀ ਫੇਰ ਮੇਰੇ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਰਹੀ। ਮੈਂ ਕਿਹਾ ਸਤਕਰਨ ਤੇ ਲਵਪ੍ਰੀਤ, ਤੁਹਾਡੇ ਬੇਟਿਆਂ ਦਾ ਜਨਮ ਵੀ ਉੱਥੋਂ ਦਾ ਹੀ ਹੈ, ਲੈਸਟਰ ਦਾ, ਇੰਗਲੈਂਡ ਦਾ, ਪਰ ਰੰਗ ਤੁਸੀਂ ਚੜਾਇਆ ਹੋਇਆ ਬੱਚਿਆਂ ਦੇ, ਜਿਹੜੀਆਂ ਮੈਂ ਨਿੱਜੀ ਤੌਰ ਤੇ ਜਿੰਨਾ ਕੁ ਜਾਣਦਾ ਤੁਹਾਨੂੰ, ਉਹਦਾ ਵੀ ਦੱਸ ਦਿਓ ਕਿਵੇਂ, ਕੀ ਜਾਦੂ ਮਾਰਿਆ ਤੁਸੀਂ ਤੇ ਤੁਹਾਡੇ ਸੁਪਤਨੀ ਸਾਹਿਬਾ ਨੇ? ਕੋਈ ਖਾਸ ਕੀਤਾ ਕੁਛ? ਇਹ ਬੱਚਿਆਂ ਨੂੰ ਅਸੀਂ ਪਹਿਲਾਂ ਤੋਂ ਦੱਸਦੇ ਰਹੇ ਹਾਂ ਬਈ ਹਰ ਇੱਕ ਦੇ ਨਾਲ ਇਮਾਨਦਾਰੀ ਦੇ ਨਾਲ ਪੇਸ਼ ਆਉਣਾ, ਕੋਈ ਕਿਸੇ ਦੇ ਨਾਲ ਬੇਈਮਾਨੀ ਨਹੀਂ ਕਰਨੀ, ਕਿਸੇ ਦਾ ਕੰਮ ਨਹੀਂ ਵਿਗਾੜਨਾ। ਤੁਹਾਡਾ ਜੇ ਕਿਸੇ ਦੇ ਨਾਲ ਵਿਗਾੜ ਪੈ ਗਿਆ ਤਾਂ ਉਹਦਾ ਵੀ ਨੁਕਸਾਨ ਨਹੀਂ ਕਰਨਾ, ਉਹਦਾ ਵੀ ਫਾਇਦਾ ਕਰਨਾ। ਜਿਹੜੀ ਜਮਾਤ ਦੇ ਨਾਲ ਸਾਡੀ ਟੱਕਰ ਆ,
ਜਿਹੜੇ ਵੱਡੇ ਧੜੱਲੇਦਾਰ ਸਾਡੇ ਸਰਮਾਏਦਾਰ ਆ, ਜਿਨ੍ਹਾਂ ਨੂੰ ਅਸੀਂ ਜਮਾਤੀ ਦੁਸ਼ਮਣ ਕਹਿੰਦੇ ਆ, ਜੀ ਜੀ ਤੇ ਉਹਨਾਂ ਤੋਂ ਹੀ ਨਹੀਂ ਮੰਨਣੀ, ਉਹਨਾਂ ਦੇ ਨਾਲ ਡਟ ਕੇ ਟੱਕਰ ਲੈਣੀ ਆ। ਜਿਹੜੇ ਦੂਜੇ ਆ, ਸਾਡੀ ਕਲਾਸ ਵਿੱਚ ਆ, ਤੁਹਾਡੇ ਨਾਲ ਪੜ੍ਹਦੇ ਆ ਜਾਂ ਸਾਡੇ ਨਾਲ ਕੰਮਾਂ ਤੇ ਆ, ਤੁਸੀਂ ਭਲਕ ਨੂੰ ਕੰਮਾਂ ਤੇ ਲੱਗਣਾ, ਉਹਨਾਂ ਨਾਲ ਟੱਕਰ ਨਹੀਂ ਲੈਣੀ। ਉਹਨਾਂ ਨਾਲ ਮਿੱਤਰਾਂ ਦੋਸਤਾਂ ਵਾਲਾ ਰਿਲੇਸ਼ਨ ਬਣਾ ਕੇ ਰੱਖਣਾ। ਜੀ ਜੀ ਜੇ ਕਿਸੇ ਦਾ ਸਵਾਰ ਨਹੀਂ ਸਕਦੇ ਦਿਖ ਰਹੀ ਹੈ ਦਰਸ਼ਕਾਂ ਨੂੰ ਵੀ ਲੱਗੀ ਹੋਈ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ, ਤੇ ਆਪਾਂ ਜ਼ਿਕਰ ਵੀ ਕੀਤਾ ਤੁਹਾਡੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਲੈਸਟਰ ਦਾ। ਇਹਦੇ ਨਾਲ ਕਿੰਨੇ ਕੁ ਲੋਕ ਜੁੜੇ ਹੋਏ ਨੇ ਆਪਣੇ ਭਾਰਤੀ ਪੰਜਾਬ ਤੋਂ ਜਾਂ ਪਾਕਿਸਤਾਨੀ ਪੰਜਾਬ ਤੋਂ ਵੀ ਨੇ ਉਧਰੋਂ? ਆਪਣੇ ਭਾਰਤੀ ਪੰਜਾਬ ਤੋਂ ਆ ਜੀ ਇਹ ਹਜੇ ਤਾਂ। ਅੱਛਾ ਅੱਛਾ। ਤੇ ਇਹ ਜੁੜੇ ਆ। ਹਾਂਜੀ ਹਾਂਜੀ। ਅਸੀਂ ਇੱਥੇ ਇੰਗਲੈਂਡ ਦੇ ਵਿੱਚ ਕਈ ਪ੍ਰੋਗਰਾਮ ਕਰਵਾ ਹਟੇ ਆ ਸ਼ਹੀਦਾਂ ਦੀ ਯਾਦ ਦੇ ਵਿੱਚ, ਸ਼ਹੀਦ ਗਦਰੀ ਬਾਬੇ ਦੇ ਸੰਬੰਧ ਦੇ ਵਿੱਚ ਤੇ ਜਲਿਆਂਵਾਲੇ ਬਾਗ ਦੇ ਸੰਬੰਧ ਦੇ ਵਿੱਚ। ਇਸ ਤਰ੍ਹਾਂ ਅਸੀਂ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਆ ਬੜੇ, ਜਿੱਦਾਂ ਵੀ ਕਈ ਸਾਲ ਹੋ ਗਏ ਅਸੀਂ ਐਕਟਿਵ ਆ। ਜੀ ਜੀ। ਤੇ ਹੋਰ ਕੋਈ ਖਾਸ ਗੱਲ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਤਰੀਕੇ ਦੇ ਨਾਲ? ਜਿਹੜਾ ਅਸੀਂ ਇਹ ਹਰੇਕ ਨੂੰ ਹੀ ਸਵਾਲ ਕਰਿਆ ਕਰਾਂਗੇ, ਕਾਮਨ ਸਵਾਲ ਇੱਕ, ਵੀ ਜਿਹੜੀ ਹੋੜ ਹੈ ਪੰਜਾਬੀਆਂ ਦੀ ਖਾਸ ਕਰਕੇ ਬਾਹਰ ਭੇਜਣ ਦੀ ਬੱਚਿਆਂ ਨੂੰ, ਕਿਉਂਕਿ ਤੁਸੀਂ ਅਸੀਂ ਇੱਕ ਦਿਖਾ ਰਹੇ ਹਾਂ ਇਹ ਸੰਘਰਸ਼ ਬੋਲਦਾ ਹੈ ਦੇ ਵਿੱਚ ਵੀ 32 ਸਾਲ ਤੁਸੀਂ ਦੱਸ ਰਹੇ ਹੋ ਵੀ $5 ਦੇ ਨਾਲ ਵੀ ਮੁਕਾਬਲਾ, ਜਦੋਂ ਬਹੁਤ ਘੱਟ ਲੋਕ ਜਾਂਦੇ ਸੀ ਬਾਹਰ, ਪਰ ਹੁਣ ਤਾਂ ਸਟੂਡੈਂਟਸ ਦੇ ਨਾਮ ਤੇ ਜਿੰਨੇ ਜਾ ਰਹੇ ਨੇ, ਕਿੰਨੀ ਇੱਕ ਪਰੇਸ਼ਾਨੀਆਂ ਦਾ ਸਾਹਮਣਾ, ਖਾਸ ਕਰਕੇ ਜਿਨ੍ਹਾਂ ਦਾ ਉੱਥੇ ਕੋਈ ਸਾਹਮਣ ਵਾਲਾ ਹੈ ਨਹੀਂ। ਦੋਵਾਂ ਦਾ ਹੀ ਦੱਸ ਦਿਓ, ਜਿਨ੍ਹਾਂ ਦਾ ਹੈ ਉਹਨਾਂ ਦਾ ਵੀ। ਇੱਕ ਵਾਰ ਫੇਰ ਰਿਪੀਟ ਕਰਿਓ, ਮੈਨੂੰ ਤੁਹਾਡੀ ਗੱਲ ਸਾਫ਼ ਸੁਣ ਨਹੀਂ ਰਹੀ, ਇਸ ਕਰਕੇ ਮੇਰੀ ਸਮਝ ਵਿੱਚ ਨਹੀਂ ਪਈ ਗੱਲ। ਮੈਂ ਕਿਹਾ ਜਿਵੇਂ ਤੁਸੀਂ ਦੱਸਿਆ ਨਾ ਵੀ ਇੰਨੇ ਪੁਰਾਣੇ ਤੁਸੀਂ ਗਏ ਹੋਏ ਹੋ ਤੇ ਤੁਸੀਂ $5 25 ਦੀ ਜਗ੍ਹਾ $5 ਤੱਕ ਦਾ ਵੀ ਤੁਹਾਨੂੰ ਹੁੰਦਾ ਰਿਹਾ ਵੀ ਇੰਨਾ ਔਖਾ ਗੁਜ਼ਾਰਾ, ਜਦੋਂ ਕਿ ਬਹੁਤ ਘੱਟ ਲੋਕ ਉਦੋਂ ਜਾਂਦੇ ਸੀ। ਤੇ ਹੁਣ ਜਿਹੜਾ ਰੁਝਾਨ ਬਣਿਆ ਹੋਇਆ ਮਾਪਿਆਂ 'ਚ ਵੀ ਤੇ ਬੱਚਿਆਂ 'ਚ ਆਪਣੇ ਆਪ ਦੇ ਵਿੱਚ ਵੀ, ਚੱਲੋ ਇੰਗਲੈਂਡ, ਚੱਲੋ ਕੈਨੇਡਾ, ਚੱਲੋ ਫਲਾਣਾ ਢਮਕਾਣਾ, ਤੇ ਥੋੜੇ ਜਿਹੇ ਦਿਖਾਇਓ ਸ਼ੀਸ਼ਾ ਜਰਾ, ਹਾਲਾਤ ਕੀ ਨੇ ਅਸਲ 'ਚ ਉਧਰ? ਅਸਲ ਵਿੱਚ ਹਾਲਾਤ ਜਿੱਦਾਂ ਬਈ ਮਾਰੂਥਲ ਨੂੰ ਆਪਾਂ ਕਈ ਵਾਰੀ ਭੁਲੇਖਾ ਖਾ ਜਾਂਦੇ ਵੀ ਇੱਥੇ ਸ਼ਾਇਦ ਸਮੁੰਦਰ ਆ, ਪਾਣੀ ਆ, ਉਹ ਚਮਕਦਾ ਰੇਤਾ ਹੁੰਦਾ। ਅਸਲ ਵਿੱਚ ਗੱਲ ਉਹ ਬਣ ਗਈ, ਪਹਿਲੇ ਸਮੇਂ ਚੰਗੇ ਸੀ, ਹੁਣ ਜਿਹੜੇ ਹਾਲਾਤ ਆ, ਚਾਹੇ ਇੰਗਲੈਂਡ ਦੀ ਗੱਲ ਕਰ ਲਓ, ਚਾਹੇ ਹੋਰ ਦੁਨੀਆ ਦੇ ਦੇਸ਼ਾਂ ਦੀ ਗੱਲ ਕਰ ਲਓ, ਇਹ ਜਿਹੜੀਆਂ ਵੱਡੀਆਂ ਕੰਟਰੀਆਂ, ਸਾਮਰਾਜੀ ਕੰਟਰੀਆਂ, ਇਹਦੇ ਵਿੱਚ ਜਿਹੜੀ ਆ ਕਿਰਤ ਕਰਨ ਵਾਲੇ ਲੋਕਾਂ ਦੇ ਹਾਲਾਤ ਪਹਿਲਾਂ ਵਾਲੇ ਨਹੀਂ ਹੈ, ਬਹੁਤ ਔਖੇ ਹੋ ਗਏ ਆ। ਆਪਣਾ ਘਰ ਲੈਣਾ ਵੀ ਬੜਾ ਔਖਾ ਹੋ ਗਿਆ। ਮੈਂ ਆਪਣੇ ਹੀ ਮੁੰਡਿਆਂ ਦੀ ਗੱਲ ਕਰਦਾ, ਇਹ ਹੁਣ ਇਹਨਾਂ ਦੀਆਂ ਪੜ੍ਹਾਈਆਂ ਖਤਮ ਹੋਣ ਜਾ ਰਹੀਆਂ, ਉਹ ਖੁਦ ਅਸੀਂ ਬੈਠ ਕੇ ਗੱਲ ਕਰਦੇ, ਉਹ ਕਹਿੰਦੀ ਵੀ ਸਾਤੇ ਤਾਂ ਘਰ ਲੈਣ ਨਹੀਂ ਹੋਣਾ। ਅਸੀਂ ਆਪਸ ਵਿੱਚ ਗੱਲ ਕਰਦੇ ਵੀ ਤੁਹਾਡੇ ਬਹੁਤ ਮੁਸ਼ਕਲ ਹੈ, ਯਾਨੀ ਇੱਥੇ ਤੱਕ ਹਾਲਾਤ ਪਹੁੰਚ ਗਏ, ਆਪਣਾ ਘਰੇ ਨਹੀਂ ਲੈ ਹੋਣਾ, ਕਿਰਾਏ ਦੇ ਘਰ 'ਚ ਰਹਿਣਗੇ, ਕਿਰਾਏ ਬਹੁਤ ਜ਼ਿਆਦਾ, ਕਿਰਾਏ ਨਹੀਂ ਦੇ ਹੋਣੇ। ਦੂਰੋਂ ਲੱਗਦੇ ਢੋਲ ਵੱਜਦੇ ਸੋਹਣੇ, ਉੱਥੇ ਇੰਡੀਆ ਬੈਠੇ ਆ ਉਹ ਨੌਜਵਾਨ ਬੇਰੁਜ਼ਗਾਰ ਆ, ਉਹਨਾਂ ਕੋਲ ਉੱਥੇ ਕੰਮਕਾਰ ਨਹੀਂ, ਉੱਥੇ ਵੀ ਹਾਲਤ ਮਾੜੀ, ਉਹਨਾਂ ਨੂੰ ਲੱਗਦਾ ਵੀ ਬਾਹਰ ਜਾ ਕੇ ਸ਼ਾਇਦ ਵਧੀਆ ਆ, ਸਟੂਡੈਂਟ ਦੇ ਤੌਰ ਤੇ ਪੜ੍ਹਨ ਵੀ ਆਉਂਦੇ, ਇੱਥੇ ਕੰਮ ਵੀ ਕਰਦੇ ਆ, ਪਰ ਜੋ ਉਹਨਾਂ ਦੇ ਨਾਲ ਸਟੂਡੈਂਟਾਂ ਦੇ ਤੌਰ ਜਿਹੜੇ ਇੱਥੇ ਆ ਜਾਂਦੇ ਨੌਜਵਾਨ ਮੁੰਡੇ ਕੁੜੀਆਂ, ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਬਹੁਤ ਜ਼ਿਆਦਾ ਆ। ਉਹ ਆਪ ਦੱਸਦੇ ਵੀ ਆ, ਚਾਹੇ ਕੈਨੇਡਾ ਦੇ ਵਿੱਚ ਚਾਹੇ ਕਿੱਦਾਂ। ਤੇ ਬਾਕੀ ਆ ਜਿਹੜੇ ਸਾਡੇ ਵੀ ਕਈ ਵਾਰ NRI ਉਹਨਾਂ ਦੇ ਖਿਲਾਫ ਹੋ ਜਾਂਦੇ ਆ, ਅਸੀਂ ਇਹ ਕਹਿੰਦੇ ਵੀ ਉਹਨਾਂ ਨੂੰ ਉਹਨਾਂ ਦੇ ਖਿਲਾਫ ਨਹੀਂ ਹੋਣਾ ਚਾਹੀਦਾ। ਕਿਸੇ ਟਾਈਮ ਅਸੀਂ ਵੀ ਆਏ ਸੀ, ਅਸੀਂ ਸਾਰੇ ਆਏ ਆਪਣੇ ਮੁਲਕ ਉੱਥੋਂ, ਸਾਨੂੰ ਉਹਨਾਂ ਦਾ ਮੁਖਾਲਫਤ ਨਹੀਂ ਕਰਨੀ ਚਾਹੀਦੀ, ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਸਾਡੇ ਹੀ ਬੱਚਿਆਂ ਵਰਗੇ ਬੱਚੇ ਆ, ਉਹ ਬਹੁਤ ਮੁਸ਼ਕਲ ਬੱਚਾ, ਕਈ ਦਫਾ ਤਾਂ ਉਹਨਾਂ ਨੂੰ ਮਤਲਬ ਰੋਟੀ ਪਾਣੀ ਦੀ ਬੜੀ ਤੰਗੀ ਆਉਂਦੀ, ਰਿਹਾਇਸ਼ ਦੀ ਬੜੀ ਤੰਗੀ ਆਉਂਦੀ ਹੈ। ਕਈ ਦਫਾ ਜਿਹੜੇ ਬ੍ਰਿਜ ਹੁੰਦੇ, ਪੁਲਾਂ ਦੇ ਹੇਠਾਂ ਉਹ ਆਪਣੀਆਂ ਰਾਤਾਂ ਕੱਟਦੇ ਆ। ਵੀਰ ਜੀ ਕੋਈ ਮੁੰਡਿਆਂ ਦਾ ਕੁੜੀਆਂ ਦਾ ਇਹ ਹਾਲ ਆ। ਸੁਣੋ ਮੇਰੀ ਗੱਲ, ਮੈਂ ਰੋਕ ਰਿਹਾ, ਸੌਰੀ। ਮੈਂ ਕੋਈ ਇੱਕ ਘਟਨਾ ਤੁਹਾਡੀ ਅੱਖੀਂ ਦੇਖੀ, ਤੁਸੀਂ ਬਹੁਤ ਵਿਚਰਦੇ ਹੋ ਉੱਥੇ, ਘੁੰਮਦੇ ਬਹੁਤ ਹੋ ਤੁਸੀਂ, ਲੋਕਲ ਇੱਧਰ ਉੱਧਰ ਤੁਹਾਡਾ ਬੜਾ ਹੈ, ਤੁਹਾਡਾ ਨਿੱਜੀ ਜ਼ਿੰਦਗੀ ਦਾ ਹਿੱਸਾ ਨਾ ਲੋਕਾਂ 'ਚ ਪਹੁੰਚਣਾ। ਉੱਥੇ ਕੋਈ ਘਟਨਾ ਦੱਸੋ ਕੋਈ ਖਤਰਨਾਕ ਜੀ, ਮਤਲਬ ਕਿ ਕਹਿਣ ਦਾ ਮੇਰਾ ਮਕਸਦ ਵੀ ਥੋੜਾ ਤੁਸੀਂ ਅੱਖੀਂ ਦੇਖੀ ਕੋਈ ਹੋਵੇ, ਕਿਸੇ ਸਟੂਡੈਂਟ ਦੀ ਹੱਡ ਬੀਤੀ, ਕੋਈ ਤੁਹਾਡੇ ਵਾਸਤੇ ਜੱਗ ਬੀਤੀ, ਉਹਦੀ ਹੱਡ ਬੀਤੀ ਕੋਈ ਹੈ ਦਿਮਾਗ 'ਚ? ਘਟਨਾ ਤਾਂ ਸਾਡੇ ਲਈ ਸਟੂਡੈਂਟਾਂ ਦੇ ਤੌਰ ਤੇ ਤਾਂ ਸਾਡੇ ਲਈ ਇਹੀ ਅੱਜ ਤੱਕ, ਜਿਹੜਾ 5 ਅਕਤੂਬਰ 1972 ਨੂੰ ਜਿਹੜੀ ਘਟਨਾ ਹੋਈ ਸੀ ਸਟੂਡੈਂਟਾਂ ਦੇ ਉੱਤੇ, ਉਹ ਸੌਰੀ ਫੇਰ ਰੋਕ ਰਹੇ ਆ, ਜਿਹੜੇ ਸਟੂਡੈਂਟਸ ਦਾ ਇੱਥੋਂ ਏਸ਼ੀਅਨ ਸਟੂਡੈਂਟਸ ਜਿਹੜੇ ਗਏ ਹੋਏ ਨੇ ਅੱਜ 2020 ਚ ਉੱਥੇ, ਉਹਨਾਂ ਦੀ ਕੋਈ ਘਟਨਾ ਦਿਮਾਗ 'ਚ ਹੈ ਜਿਹੜੀ ਤੰਗੀਆਂ ਕੱਟ ਰਹੇ ਨੇ? ਕੋਈ ਬੜਾ ਮਜਬੂਰ ਤੁਹਾਨੂੰ ਮਿਲਿਆ ਹੋਵੇ, ਬੜਾ ਦੁਖੀ ਹਿਰਦਾ ਮਿਲਿਆ ਹੋਵੇ ਕੋਈ?
ਪੜ੍ਹਨ ਸੁਣਨ ਨੂੰ ਜਾਂ ਸੋਸ਼ਲ ਮੀਡੀਆ ਤੇ ਪੜ੍ਹਨ ਸੁਣਨ ਨੂੰ ਇਸ ਤਰ੍ਹਾਂ ਮਿਲ ਰਿਹਾ। ਮੇਰਾ ਜਾਤੀ ਤੌਰ ਤੇ ਕੋਈ ਇਸ ਤਰ੍ਹਾਂ ਦਾ ਸਟੂਡੈਂਟ ਮੈਨੂੰ ਨਹੀਂ ਮਿਲਿਆ, ਪਰ ਜਿੱਦਾਂ ਅਸੀਂ ਬਾਕੀ ਮੁਲਕਾਂ ਦੇ ਨਾਲ ਅਸੀਂ ਰਾਬਤਾ ਕਾਇਮ ਰੱਖਦੇ ਆ ਨਾ, ਉਹਦੇ ਹਿਸਾਬ ਦੇ ਨਾਲ ਇਹੋ ਜਿਹਾ ਕੁਝ ਉਹੋ ਜਿਹਾ ਕੁਝ ਵਾਪਰ ਰਿਹਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਜੀ ਜੀ ਜੀ। ਕੋਈ ਚੰਗੀ ਵਧੀਆ ਜ਼ਿੰਦਗੀ ਨਹੀਂ ਹੈ ਉਹਨਾਂ ਦੇ ਨਾਲ। ਕਈ ਦਫਾ ਬੱਚੇ ਘਰਦਿਆਂ ਨੂੰ ਦੱਸਦੇ ਆ, ਕਈ ਦਫਾ ਨਹੀਂ ਦੱਸਦੇ। ਉਹ ਆਪਣੇ ਆਪ 'ਚ ਘੁੱਟ ਰਹਿੰਦੇ ਵੀ ਅਸੀਂ ਤਾਂ ਔਖੇ ਆ, ਅਸੀਂ ਤਾਂ ਜਿੱਦਾਂ ਕਿੱਦਾਂ ਟਾਈਮ ਕਰਦੇ ਹੀ ਆ ਪਾਸ, ਅਸੀਂ ਹੁਣ ਪਿੱਛੇ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਅਸੀਂ ਦੁੱਖਾਂ ਵਿੱਚ ਪਾਵਾਂਗੇ। ਠੀਕ ਹੈ ਜੀ, ਠੀਕ ਹੈ। ਤੇ ਚਲੋ ਤੁਹਾਡੇ ਤੇ ਬੜੀਆਂ ਉਮੀਦਾਂ ਨੇ ਸਾਡੀਆਂ ਤੁਹਾਡੇ ਤੇ। ਮੀਨਸ ਤੁਸੀਂ ਇੱਕ ਸੰਸਥਾ ਗੱਲ ਕਰ ਰਹੇ ਹੋ, ਅਸੀਂ ਸੰਘਰਸ਼ ਨਾਲ ਗੱਲ ਕਰ ਰਹੇ ਹਾਂ, ਤੇ ਤੁਸੀਂ ਪੁਰਾਣੇ ਹੋਣ ਕਰਕੇ ਅਸੀਂ ਵੀ RTV ਵਨ ਵੱਲੋਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ, ਤੁਹਾਡੀ ਸੁਸਾਇਟੀ ਨੂੰ ਵੀ ਚਲੋ ਖਿਆਲ ਰੱਖਿਆ ਕਰੋ ਬੱਚੇ ਜਿਹੜੇ ਪਹੁੰਚ ਗਏ ਕਿਤੇ ਕੋਈ ਮਿਲਦਾ ਹੈ ਜਾਂ ਨਾ, ਆਪਣੇ ਵੱਲੋਂ ਵੀ। ਤੇ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਸਲਾਮ ਹੈ ਜੀ ਤੁਹਾਨੂੰ, ਜਿਹੜਾ ਤੁਸੀਂ ਇੰਨਾ ਕੀਮਤੀ ਸਮਾਂ ਕੱਢਿਆ ਸਾਡੇ ਚੈਨਲ ਵਾਸਤੇ। ਤੇ ਮੈਨੂੰ ਪਤਾ ਮੈਂ ਤੁਹਾਨੂੰ ਬਾਹਰ ਤੋਂ ਬੁਲਾਇਆ, ਸਪੈਸ਼ਲ ਗਿਆ ਸੀ ਵੀ ਘਰੇ ਪਹੁੰਚੋ ਜੀ ਤੁਹਾਨੂੰ ਅੱਜ ਲਾਈਵ ਲੈਣਾ। ਤੇ ਫਿਰ ਅਸੀਂ ਬਹੁਤ ਫਰਾਖਦਿਲੀ ਨਾਲ ਤੁਸੀਂ ਗੱਲਾਂ ਕੀਤੀਆਂ। ਦੁਬਾਰਾ ਵੀ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵਾਰੀ ਕੋਈ ਪਾਰਟ 2 ਦੇ ਵਿੱਚ ਵੀ ਨਾ, ਵੀ ਲਾਕਡਾਊਨ ਦੇ ਬਿਟਵੀਨ ਜਦੋਂ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ। ਅਸੀਂ ਤਾਂ ਕਿਉਂਕਿ ਇੱਕ ਤਰ੍ਹਾਂ ਦਾ ਚੈਨਲ ਦਾ ਕੰਮ ਹੀ ਹੈ ਕਿ ਇੰਟਰਵਿਊਜ਼ ਕਰਨੀ ਆ, ਹਨਾ। ਤੇ ਕਿਹੋ ਜਿਹਾ ਲੱਗਿਆ ਅੱਜ ਇੰਟਰਵਿਊ ਦੇ ਕੇ? ਤੁਸੀਂ ਇੰਟਰਵਿਊ ਲੈਂਦੇ ਬਹੁਤ ਉੱਥੇ ਕੋਹੀਨੂਰ ਰੇਡੀਓ ਲੈਸਟਰ ਦੇ। ਤੁਸੀਂ ਮੈਨੂੰ ਪਿਛਲਾ ਸਮਾਂ ਯਾਦ ਕਰਵਾ ਦਿੱਤਾ, ਕਿਉਂਕਿ ਤੁਸੀਂ ਥੋੜਾ ਜਿਹਾ ਕੱਲ ਮੈਨੂੰ ਇਸ਼ਾਰਾ ਮਾਰਿਆ ਸੀ। ਉਹ ਮੈਨੂੰ ਇਸ ਤਰ੍ਹਾਂ ਲੱਗਾ ਵੀ ਮੁੜ ਕੇ ਹਨਾ ਉਹ ਸਾਰਾ ਜਿੱਦਾਂ ਜਿਹੜੀ ਧੂੜ ਜੰਮ ਗਈ ਸੀ ਕਈ ਦਫਾ ਕਈਆਂ ਘਟਨਾਵਾਂ ਦੇ ਉੱਤੇ, ਉਹ ਮੁੜ ਕੇ ਫਿਰ ਤਾਜ਼ੀਆਂ ਹੋ ਗਈਆਂ। ਮੈਂ ਸਵੇਰੇ ਸੋਚਾਂ ਤੇ ਵੀ ਦੇਖਾਂ ਵੀ ਪਿਛਲਾ ਸਮਾਂ ਸਾਰਾ ਹੀ ਉਹ ਯਾਦ ਆ ਗਿਆ, ਸੰਘਰਸ਼ਾਂ ਵਾਲਾ। ਜਦ ਉੱਥੇ ਸੰਘਰਸ਼ ਕਰਦੇ ਸੀ, ਸੰਘਰਸ਼ ਜਿਨ ਕਰਨੇ ਆ, ਹੱਕ ਸੱਚ ਲਈ ਜਿਨ ਖੜਨਾ, ਉਹ ਕਿਤੇ ਵੀ ਧਰਤੀ ਦੇ ਉੱਤੇ ਹੈਗਾ ਦੁਨੀਆ ਦੇ ਵਿੱਚ, ਉਹਨੂੰ ਉੱਥੇ ਖੜਨਾ ਚਾਹੀਦਾ, ਸੱਚ ਦੇ ਨਾਲ ਖੜਨਾ ਚਾਹੀਦਾ। ਜਿਹੜਾ ਬੰਦਾ ਸੱਚ ਬੋਲਦਾ, ਕੁਛ ਆਪਾਂ ਸੱਚ ਕਰਦੇ ਆ, ਜਦੋਂ ਮੌਤ ਆਉਂਦੀ ਫਿਰ ਸਾਨੂੰ ਡਰ ਨਹੀਂ ਲੱਗਦਾ, ਸਾਨੂੰ ਅਸੀਂ ਸੈਟੀਸਫਾਈ ਹੁੰਨੇ ਆ, ਅਸੀਂ ਸੰਤੁਸ਼ਟ ਹੁੰਨੇ ਆ, ਸਾਨੂੰ ਡਰ ਨਹੀਂ ਲੱਗਦਾ ਮਰਨ ਵੇਲੇ। ਜਨ ਪੁੱਠੇ ਕੰਮ ਕੀਤੇ ਹੁੰਦੇ ਉਹ ਫਿਰ ਗਲਤੀਆਂ ਮੰਨਦਾ, ਜਨ ਵਿਗਾੜੀ ਹੁੰਦੀ ਲੋਕਾਂ ਦੇ ਨਾਲ ਉਹ ਫਿਰ ਗਲਤੀਆਂ ਮੰਨਦਾ, ਸੌਰੀ ਜੀ। ਹੁਣ ਜਦ ਪਤਾ ਲੱਗਦਾ ਵੀ ਗਿਣਤੀ ਦੇ ਦਿਨ ਰਹਿ ਗਏ, ਮੌਤ ਦੇ ਬਿਸਤਰੇ ਤੇ ਪਿਆ ਨਾ, ਉਹਨੂੰ ਬੜਾ ਭੈ ਆਉਂਦਾ ਫਿਰ ਮੌਤ ਤੋਂ। ਜਿਹੜੇ ਇਨਕਲਾਬੀ ਕਿਸਮ ਦੇ ਲੋਕ ਹੁੰਦੇ, ਉਹਨਾਂ ਨੇ ਲੋਕਾਂ ਦੇ ਲਈ ਕੁਰਬਾਨੀਆਂ ਕੀਤੀਆਂ ਹੁੰਦੇ, ਉਹਨਾਂ ਨੂੰ ਪਤਾ ਵੀ ਅਸੀਂ ਸਾਰੀ ਜ਼ਿੰਦਗੀ ਦੁੱਖ ਕੱਟੇ ਜ਼ਰੂਰ ਆ, ਪਰ ਉਹਨਾਂ ਨੂੰ ਉਹਨਾਂ ਦੁੱਖਾਂ ਦੇ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਆਨੰਦ ਆਉਂਦਾ ਉਸ ਗੱਲ ਦਾ ਵੀ ਅਸੀਂ ਕਿਸੇ ਦਾ ਭਲਾ ਕਰ ਰਹੇ ਹਾਂ। ਬੇਸ਼ੱਕ ਕਿੰਨੇ ਵੀ ਦੁੱਖ ਆਉਣ। ਜਿਹੜੇ ਮੇਰੇ ਵਾਲੇ ਦੁੱਖ ਹੈ ਤਾਂ ਬਹੁਤ ਛੋਟੇ ਆ, ਬਹੁਤ ਵੱਡੇ ਵੱਡੇ ਦੁੱਖ ਆਉਂਦੇ ਆ। ਪੁਲਿਸ ਦੀਆਂ ਕੁੱਟਾਂ ਮਾਰਾਂ ਖਾਣੀਆਂ, ਜੇਲਾਂ ਕੱਟਣੀਆਂ, ਸਾਰਾ ਕੁਛ ਆ। ਅਸੀਂ ਸ਼ਹੀਦਾਂ ਦਾ ਇਤਿਹਾਸ ਪੜ੍ਹ ਲਈਏ, ਉਹਨਾਂ ਨੂੰ ਕਿੰਨਾ, ਉਹਨਾਂ ਨੂੰ ਉਹਦੇ ਵਿੱਚ ਹੀ ਆਨੰਦ ਆਉਂਦਾ। ਸੰਘਰਸ਼ ਦੇ ਵਿੱਚ ਜਿਹੜਾ ਆਨੰਦ ਆ ਨਾ, ਉਹ ਹੋਰ ਕਿਸੇ ਗੱਲ ਦੇ ਵਿੱਚ ਨਹੀਂ ਹੈ। ਸੰਘਰਸ਼ ਕਰਦੇ ਰਹਿਣਾ ਚਾਹੀਦਾ। ਜਿਹੜਾ ਬੰਦਾ ਹੌਸਲਾ ਹਾਰ ਜਾਂਦਾ ਉਹ ਕਾਮਯਾਬ ਨਹੀਂ ਹੋ ਸਕਦਾ। ਕੋਈ ਆਪਣਾ ਨਿਸ਼ਾਨਾ ਹੋਣਾ ਚਾਹੀਦਾ ਜ਼ਿੰਦਗੀ ਦਾ, ਅੱਛਾ ਹੋਣਾ ਚਾਹੀਦਾ। ਇਨਸਾਨੀਅਤ ਦਾ ਭਲਾ ਕਰਨ ਦਾ ਨਿਸ਼ਾਨਾ ਸਭ ਤੋਂ ਅੱਛਾ ਆ, ਜੇ ਮਨੁੱਖਤਾ ਦਾ ਭਲਾ ਕੀਤਾ ਜਾਵੇ। ਇਹਦੇ ਨਾਲ ਦੀ ਕੋਈ ਰੀਸ ਨਹੀਂ। ਉਹ ਪਿਆਰੇ ਦਰਸ਼ਕੋ, ਇਹ ਸਨ ਸਾਡੇ ਨਾਲ ਜੀ ਮਲਕੀਤ ਸਿੰਘ ਜੀ ਝਿੰਗੜ ਸਾਹਿਬ, ਇੰਗਲੈਂਡ ਦੇ ਸ਼ਹਿਰ ਲੈਸਟਰ ਤੋਂ। ਬਾਕੀ ਸਾਰੀ ਗੱਲਾਂ ਇਹਨਾਂ ਬਾਰੇ ਦੱਸੀ। ਇੱਕ ਮੈਂ ਤੁਹਾਨੂੰ ਖਾਸ ਗੱਲ ਦੱਸਦਾ, ਮਲਕੀਤ ਸਿੰਘ ਜੀ ਤੇ ਇਹਨਾਂ ਦੇ ਸਾਥੀ ਨੇ ਉੱਥੇ ਬਿੰਦਰ ਭੋਗਪੁਰੀ ਸਾਹਿਬ, ਇਹ ਅਖਬਾਰਾਂ, ਰਸਾਲਿਆਂ, ਫੇਸਬੁੱਕ, ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਤੇ ਇਹ ਵੀ ਕੰਮ ਕਰਦੇ ਨੇ। ਇੱਕ ਜਿਹੜੇ ਕਿ ਨਵੇਂ ਲਿਖਣ ਵਾਲੇ ਲਿਖਾਰੀ ਲਿਖਾਰਨਾਂ ਨੇ, ਜਿਹੜੇ ਕਿ ਲੋਕ ਪੱਖੀ ਸਾਹਿਤ ਰਚਦੇ ਨੇ ਜਾਂ ਕੋਈ ਵੀ ਐਕਟੀਵਿਟੀ ਕਰਦੇ ਨੇ, ਉਹਨਾਂ ਨੂੰ ਆਪਣੇ ਤੌਰ ਤੇ ਉੱਥੇ ਰਾਬਤਾ ਬਣਾ ਕੇ, ਇੱਕ ਤਾਂ ਇਹ ਆਪਣਾ ਕੋਹੀਨੂਰ ਰੇਡੀਓ ਇੰਗਲੈਂਡ ਤੇ ਵੀ, ਉਸ ਤੋਂ ਬਿਨਾਂ ਜਿਹੜੇ ਕੋਈ ਹੋਰ ਪਲੇਟਫਾਰਮ ਨੇ ਉਹਨਾਂ ਨੂੰ ਗਾਈਡ ਕਰਨਾ ਹੋਵੇ ਤੇ ਹੈਲਪ ਕਰਨੀ ਹੋਵੇ, ਉਹਨਾਂ ਨੂੰ ਬੜਾ ਉਭਾਰਦੇ ਨੇ। ਜਿਹੜਾ ਕਿ ਉਹਦੇ ਵਿੱਚ ਇੱਕ ਮੈਂ ਵੀ ਆ, ਜਿਹਨੂੰ ਇਹਨਾਂ ਨੇ ਆਪ ਬੁਲਾ ਕੇ ਮੈਨੂੰ ਅੱਧੀ ਰਾਤ ਨੂੰ ਫੋਨ ਕਰਕੇ, ਜਦੋਂ ਮੇਰੀ ਕਿਤਾਬ ਵੀ ਨਹੀਂ ਸੀ ਆਈ, ਤੇ ਉਦੋਂ ਮਲਕੀਤ ਸਿੰਘ ਜੀ ਮੈਨੂੰ ਫੋਨ ਕਰਕੇ ਦੱਸਦੇ ਹੁੰਦੇ ਸੀ ਕਿ ਮੈਂ ਤੇਰੀਆਂ ਕਵਿਤਾਵਾਂ ਬੋਲਦਾ ਬਕਾਇਦਾ। ਮੈਨੂੰ ਬੜਾ ਸ਼ੌਕ ਲੱਗਿਆ ਸੀ ਕਿ ਇੱਕ ਮੇਰਾ ਕੋਈ ਕਿਤਾਬ ਨਹੀਂ ਆਈ, ਇੱਕ ਬੰਦਾ ਹੋਈ ਕਵਿਤਾਵਾਂ ਲਿਖਣ ਵਾਲਾ ਫੇਸਬੁੱਕ ਵਗੈਰਾ ਤੇ, ਫੇਸਬੁੱਕ ਜਾਂ ਕਵੀ ਲਾ ਲਓ, ਰੋਮੀ ਘੜਾਮੇ ਵਾਲਾ, ਤੇ ਹੋਰ ਵੀ ਨਾਮਾਂ ਦੀ ਲਿਸਟ ਲੰਮੀ ਹੋ ਜਾਏਗੀ। ਮੈਂ ਜਾਣਦਾ ਪੰਜਾਬ ਵਾਲਿਆਂ ਨੂੰ ਜਿਹਨਾਂ ਨੂੰ ਮੈਨੂੰ ਮਿਲੇ ਨੇ, ਜਿਹੜੇ ਕਿ ਮਲਕੀਤ ਸਿੰਘ ਇੰਗਲੈਂਡ ਤੋਂ ਕਹਿੰਦੇ ਨੇ ਕਿ ਉਹ ਰੇਡੀਓ ਤੇ ਉੱਥੇ ਬੋਲ, ਉੱਥੇ ਮੈਂ ਤੇਰੇ ਬਾਰੇ ਗੱਲ ਕੀਤੀ ਹੈ, ਉੱਥੇ ਤੂੰ ਆਪਣੀ ਕਵਿਤਾ ਭੇਜ, ਉੱਥੇ ਤੇਰੀ ਕਵਿਤਾ ਛਪੂਗੀ। ਜਾਂ ਫਿਰ ਗਦਰੀ ਬਾਬਿਆਂ ਦਾ ਮੇਲਾ ਆ ਰਿਹਾ, ਉੱਥੇ ਸਟਾਲ ਕਿਵੇਂ ਲਾਈਦੀ ਹੈ। ਇਸ ਤਰ੍ਹਾਂ ਦਾ ਇਸ ਕੰਮ ਵਾਸਤੇ ਇਹਨਾਂ ਨੂੰ ਇੱਕ ਬੜਾ ਸਲੂਟ ਕਰਨਾ ਬਣਦਾ ਕਿ 32 ਸਾਲ ਤੋਂ ਬਾਹਰ ਰਹਿ ਕੇ ਵੀ ਇਹਨਾਂ ਦੇ ਜਿਹੜੇ ਦਿਲ ਦੇ ਵਿੱਚ ਇੱਕ ਕਸਕ ਹੈ ਨੌਜਵਾਨੀ ਬਾਰੇ, ਪੰਜਾਬ ਦੀ ਨੌਜਵਾਨੀ ਬਾਰੇ। ਸੋ ਪਿਆਰੇ ਦਰਸ਼ਕੋ, ਫਿਰ ਇਸ ਤੋਂ ਬਾਅਦ ਤੁਹਾਡੇ ਨਾਲ ਉਹੀ ਵੀ ਸੰਘਰਸ਼ ਬੋਲਦਾ, ਜਿਵੇਂ ਪਹਿਲਾਂ ਵੀ ਦੱਸਿਆ ਸੀ, ਪ੍ਰਵਾਸੀ ਵੀਰਾਂ ਦੀ ਥੋੜੀ ਬਾਤ ਦਸਤੂਰ ਆਪਾਂ ਕਰਾਉਂਦੇ ਰਹਾਂਗੇ ਮੁਲਾਕਾਤ ਅਗਲੇ ਪ੍ਰੋਗਰਾਮ ਦੇ ਵਿੱਚ ਵੀ। ਇੱਕ ਵਾਰ ਫਿਰ ਤੋਂ ਮੈਂ ਰੋਮੀ ਘੜਾਮੇ ਵਾਲਾ, MD ਸ਼ਮਸ਼ੇਰ ਬੱਗਾ ਜੀ ਦੇ ਨਾਲ, ਤੇ ਮਲਕੀਤ ਸਿੰਘ ਝਿੰਗੜ ਸਾਹਿਬ ਵੱਲੋਂ ਵੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸ਼ੱਬਾ ਖੈਰ। ਬਹੁਤ ਬਹੁਤ ਰੋਮੀ ਜੀ, ਤੁਹਾਡਾ ਤੇ ਸਾਰਿਆਂ ਦਾ ਧੰਨਵਾਦ।